ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ। ਇੱਕ ਵਾਰ ਸਾਰੇ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੋ ਸੰਗਲਾ ਦੀਪ ਗਏ ਨੇ, ਜਿਸ ਨੂੰ ਆਪਾਂ ਅੱਜ ਸ਼੍ਰੀ ਲੰਕਾ ਕਹਿੰਦੇ ਹਾਂ। ਇੱਥੋਂ ਦੇ ਰਾਜੇ ਸ਼ਿਵਨਾਗ ਨੇ ਸਿੱਖੀ ਧਾਰਨ ਕੀਤੀ। ਗੁਰੂ ਜੀ ਤੋਂ ਸਹਿਤ ਪਰਿਵਾਰ ਚਰਨ ਪਹੁਲ ਲਈ ਹੈ ਔਰ ਇਹਦੀ ਸਾਰੀ ਪ੍ਰਜਾ ਨੇ ਗੁਰੂ ਪਿਤਾ ਮਹਾਰਾਜ ਤੋਂ ਸਿੱਖੀ ਗ੍ਰਹਿਣ ਕੀਤੀ, ਉਪਦੇਸ਼ ਪ੍ਰਾਪਤ ਕੀਤਾ। ਖਾਸ ਕਰਕੇ ਕਸ਼ਟ ਯੋਗ ਭਗਤ ਯੋਗ ਦੀ ਸਤਿਗੁਰੂ ਜੀ ਨੇ ਇਹਨਾਂ ਨੂੰ ਬੜੀ ਵਿਸਥਾਰਤ ਸਿੱਖਿਆ ਪ੍ਰਦਾਨ ਕੀਤੀ ਕਿ ਜਿਹੜੀ ਕਸ਼ਟ ਯੋਗ ਦੀ ਜੁਗਤੀ ਹੈ ਇਹ ਬੜੀ ਦੁਸ਼ਤਰ ਹੈ। ਭਗਤ ਯੋਗ ਭਾਵ ਜੋ ਸਿੱਖੀ ਦਾ ਮਾਰਗ ਹੈ, ਜੋ ਸਿੱਖੀ ਦੀ ਮਰਿਆਦਾ ਹੈ, ਜੋ ਸਿੱਖੀ ਦੀ ਰਹੁ ਰੀਤ ਹੈ, ਇਹ ਬੜੀ ਸੁਖੈਨ ਹੈ। ਇੱਥੇ ਸਤਿਗੁਰੂ ਲੰਬਾ ਸਮਾਂ ਰਹੇ। ਧਰਮਸ਼ਾਲ ਮੈਂ ਦੇਗ ਬਿਸਾਲਾ, ਕਰਵਾਵੇਂ ਸਤਿਗੁਰੂ ਕਿਰਪਾਲਾ। ਇੱਥੇ ਰੋਜ਼ ਕੜਾ ਪ੍ਰਸ਼ਾਦ ਦੀ ਦੇਗ ਵੀ ਬਣਦੀ ਹੈ ਤੇ ਦੂਸਰੀ ਦੇਗ
ਜਿਹੜਾ ਇੱਕ ਸਾਡਾ ਆਵਾਜ਼ਾ ਵੀ ਹੈ, ਦੇਗ ਤੇਗ ਫਤਿਹ, ਪੰਥ ਕੀ ਜੀਤ, ਇਹ ਸ਼ਬਦ ਅਸੀਂ ਬੋਲਦੇ ਹਾਂ। ਰਾਜ ਕਰੇਗਾ ਖਾਲਸਾ, ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਉਹਨਾਂ ਆਵਾਜ਼ਾਂ ਵਿੱਚ ਪਹਿਲਾ ਦੇਗ ਤੇਗ ਫਤਿਹ ਹੈ। ਉੱਥੇ ਦੇਗ ਦਾ ਅਰਥ ਲੰਗਰ ਹੈ। ਇੱਥੇ 21 ਮਣ ਲੂਣ ਪਾ ਕੇ ਰੋਜ਼ ਦੇਗ ਤਿਆਰ ਹੁੰਦੀ ਹੈ। ਔਰ ਇਹਦੀ ਜਿਹੜੀ ਵਿਆਖਿਆ ਭਾਈ ਵੀਰ ਸਿੰਘ ਨੇ ਕੀਤੀ ਉਹ ਇਹ ਹੈ ਕਿ ਇਹ ਜਿਹੜੇ ਮੁਸਲਮਾਨੀ ਮੁਲਕ ਸਨ ਉਹਨਾਂ ਦੇ ਵਿੱਚ ਇੱਕ ਸ਼ੇਰ ਅਤੇ ਇੱਕ ਛਟਾਕ, ਇਹਨੂੰ ਮਣ ਕਹਿੰਦੇ ਸੀ। ਇਹਦੀ ਫਿਰ ਉਹਨਾਂ ਨੇ ਗਿਣਤੀ ਵੀ ਕਰਕੇ ਦੱਸੀ ਹੈ ਕਿ 1600 ਤੋਂ ਲੈ ਕੇ 3200 ਮਨੁੱਖਾਂ ਤੱਕ ਰੋਜ਼ ਇੱਥੇ ਲੰਗਰ ਛਕਦੇ ਸਨ। ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਕੀਰਤਨ ਸਤਨਾਮ ਕੋ ਹੋਵੇ, ਜੋ ਬਹੁ ਜਨ ਮਨ ਕਲ ਮਲ ਖੋਵੇ। ਇੱਥੇ ਰੋਜ਼ ਕੀਰਤਨ ਹੁੰਦਾ ਹੈ। ਸਤਨਾਮ ਦਾ ਇੱਥੋਂ ਦੇ ਜਿਹੜੇ ਸਿੱਖ ਬਣੇ ਨੇ ਉਹ ਜਾਪ ਕਰਦੇ ਨੇ। ਔਰ ਇਹ ਜਾਪ ਐਸਾ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ। ਇਹ ਧਰਮ ਦੀ ਭਗਤੀ ਦੀ ਸਭ ਤੋਂ ਪ੍ਰਧਾਨ ਪ੍ਰਥਾ ਹੈ। ਇਉਂ ਇਹ ਲੋਕ ਜਿਹੜੇ ਨੇ ਆਪਣੇ ਜਨਮਾਂ ਜਨਮਾਂਤਰਾਂ ਦੇ ਪਾਪ ਉਤਾਰਦੇ ਨੇ। ਹਾਂਜੀ। ਦਿਨ ਪ੍ਰਤ ਚਲਨ ਚਹਤ ਜਗਤੇਸ਼ਾ, ਕਰਹਿ ਪਾਓ ਬਹੁ ਰਖੇ ਨਰੇਸ਼ਾ। ਦਿਨ ਪ੍ਰਤ ਚੱਲਣ ਚਹਿਤ ਜਗਤੇਸ਼ਾ। ਹੁਣ ਤਕਰੀਬਨ ਹਰ ਰੋਜ਼ ਚਾਹੁੰਦੇ ਨੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਕਿ ਅਸੀਂ ਚੱਲੀਏ, ਕਿਉਂਕਿ ਸਤਿਗੁਰੂ ਤੁਰੇ ਸੀ ਧਰਤ ਲੁਕਾਈ ਨੂੰ ਸੋਧਣ ਵਾਸਤੇ, ਜਗਤ ਜਲੰਦੇ ਨੂੰ ਠਾਰਨ ਵਾਸਤੇ। ਉਸ ਯਾਤਰਾ ਦੇ ਵਿੱਚ ਜਿਹੜੀ ਪਹਿਲੀ ਉਦਾਸੀ ਹੈ, ਉਹਦੇ ਵਿੱਚ ਪਹਿਲਾ ਐਮਨਾਬਾਦ ਆਇਆ, ਦੂਸਰਾ ਢਾਕਾ ਆਇਆ, ਤੀਸਰਾ ਇਹ ਸੰਗਲਾ ਦੀਪ ਆਇਆ। ਹੁਣ ਸਤਿਗੁਰੂ ਜੀ ਕਿਸੇ ਹੋਰ ਦੇਸ਼ ਜਾਣਾ ਚਾਹੁੰਦੇ ਨੇ। ਹਾਂਜੀ। ਕਰੀ ਪਰ ਪੱਕ ਸਿੱਖੇ ਕੀ ਰੀਤਾ, ਨਿਤ ਪ੍ਰਤ ਵਦੇ ਭਜਨ ਮੈਂ ਪ੍ਰੀਤਾ। ਸਤਿਗੁਰੂ ਦੁਨੀਆ ਦੇ ਵਿੱਚ ਸਿੱਖੀ ਨੂੰ ਪਰਪੱਕ ਕਰਨਾ ਚਾਹੁੰਦੇ ਨੇ। ਸਤਿਗੁਰੂ ਚਾਹੁੰਦੇ ਨੇ ਕਿ ਦੁਨੀਆ ਦੇ ਵਿੱਚ ਜਿਹੜੀ ਭਜਨ ਦੀ ਪ੍ਰੀਤੀ ਹੈ ਉਹ ਪਰਪੱਕ ਹੋਵੇ। ਇਹ ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਭਗਤੀ ਨਿਮਖ ਮਾਤਰ ਸਮਾਂ ਵੀ ਕਰੋਗੇ, ਕਿਉਂਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਅੱਜ ਦੇ ਸਮੇਂ ਵਿੱਚ ਆਪ ਜੀ ਨੂੰ ਪਤਾ ਹੈ, ਆਖਣ ਔਖਾ ਸਾਚਾ ਨਾਉ। ਤੀਰਥਾਂ ਦੀ ਯਾਤਰਾ ਬੜੀ ਸੌਖੀ ਹੈ, ਚਾਟੜ ਜਹਾਜ਼ ਲਵੋ। ਮੈਂ ਐਸੇ ਲੋਕ ਵੇਖੇ ਨੇ, ਉਹ ਇੱਕ ਦਿਨ ਵਿੱਚ 5 ਤਖਤਾਂ ਤੇ ਮੱਥਾ ਟੇਕ ਆਉਂਦੇ ਨੇ। ਇੱਕ ਦਿਨ ਵਿੱਚ 5 ਤਖਤਾਂ ਦੀ ਯਾਤਰਾ ਪੂਰੀ ਕਰ ਲੈਂਦੇ ਨੇ।
ਹਾਲਾਂਕਿ ਇੱਕ ਤਖਤ ਅੰਮ੍ਰਿਤਸਰ ਹੈ, ਦੂਸਰਾ ਆਨੰਦਪੁਰ ਸਾਹਿਬ ਹੈ, ਤੀਸਰਾ ਬਠਿੰਡੇ ਡਿਸਟ੍ਰਿਕਟ ਦੇ ਵਿੱਚ ਦਮਦਮਾ ਸਾਹਿਬ ਹੈ, ਚੌਥਾ ਮਹਾਰਾਸ਼ਟਰ ਦੇ ਵਿੱਚ ਹਜੂਰ ਸਾਹਿਬ ਹੈ, ਪੰਜਵਾਂ ਬਿਹਾਰ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ। ਹੁਣ ਯਾਤਰਾ ਬੜੀ ਸੌਖੀ ਹੈ, ਦਾਨ ਬੜੇ ਸੌਖੇ ਨੇ, ਲੋਕਾਂ ਕੋਲ ਪੈਸਾ ਹੀ ਬਹੁਤ ਹੈ, ਲੋਕਾਂ ਦੇ ਕੋਲ ਮਾਇਆ ਦਾ ਘਾਟਾ ਨਹੀਂ ਹੈ। ਤੁਸੀਂ ਵੇਖਿਆ ਹੋਣਾ ਕਿੰਨੇ ਕਰੋੜਾਂ ਦਾ ਕੋਈ ਘਿਓ ਹੀ ਚੜਾ ਗਿਆ ਹਜੂਰ ਸਾਹਿਬ। ਹੁਣ ਕੋਈ ਆਦਮੀ ਗਿਆ 1.25 ਕਰੋੜ ਦੀ ਕਲਗੀ ਦੇ ਆਇਆ। ਕੀ ਤੁਸੀਂ ਸੋਚਦੇ ਵੀ ਘਰ ਦੀਆਂ ਉਹ ਮੇਜ਼ ਕੁਰਸੀਆਂ ਵੇਚ ਕੇ ਦੇ ਕੇ ਆਏ ਨੇ? ਔਰ ਮੈਂ ਅਜੇ ਵੀ ਕਹਿ ਸਕਦਾ ਵੀ ਉਹਨਾਂ ਨੇ ਆਪਣਾ ਦਸਵੰਧ ਨਹੀਂ ਕੱਢਿਆ ਹੋਣਾ, ਇਹ ਥੋੜਾ ਹਿੱਸਾ ਬਣੇਗਾ। ਸੱਚੇ ਬਾਦਸ਼ਾਹ ਨੇ ਕਿੰਨੇ ਕੁ ਉਹਨਾਂ ਦੇ ਘਰ ਭਰੇ ਹੋਣਗੇ ਮਾਇਆ ਨਾਲ ਭਾਈ, ਜਿਹੜੇ ਕਰੋੜਾਂ ਰੁਪਈਆ ਤੇ ਮੱਥਾ ਹੀ ਟੇਕ ਆਉਂਦੇ ਨੇ। ਅੱਜ ਇਹ ਸਾਰਾ ਕੁਝ ਸੌਖਾ ਹੈ, ਸਭ ਤੋਂ ਔਖਾ ਹੈ ਪਰਮੇਸ਼ਰ ਦੀ ਭਗਤੀ ਕਰਨਾ, ਜਿਹਦੇ ਲਈ ਆਪਣੇ ਸਾਰਿਆਂ ਦੇ ਕੋਲ ਇੱਕੋ ਹੀ ਜਵਾਬ ਹੈ ਕਿ ਗਿਆਨੀ ਜੀ ਟਾਈਮ ਕਿੱਥੇ ਹੈ। ਔਰ ਭਗਤੀ ਤੁਹਾਨੂੰ ਖੁਦ ਕਰਨੀ ਹੋਏਗੀ। ਪਾਠ ਤੁਹਾਨੂੰ ਖੁਦ ਕਰਨਾ ਹੋਏਗਾ, ਔਰ ਆਪਣੇ ਮੂੰਹ ਤੋਂ ਆਪਣੀ ਜੀਭਾਂ ਨਾਲ ਪਾਠ ਕਰਨ ਲੱਗਿਆ ਤੁਹਾਨੂੰ ਸਾਰੇ ਕੰਮ ਬਾਕੀ ਛੱਡਣੇ ਹੋਣਗੇ, ਤਾਂ ਜਾ ਕੇ ਪਾਠ ਹੋਏਗਾ। ਇਹ ਤਾਂ ਹੈ ਨਹੀਂ ਕਿ ਨਾਲ ਤੁਸੀਂ ਕੋਈ ਅਖਬਾਰ ਪੜ੍ਹ ਸਕਦੇ ਹੋ, ਕੋਈ ਹੋਰ ਸਟੱਡੀ ਕਰ ਸਕਦੇ ਹੋ, ਨਾਲ ਜਪਜੀ ਸਾਹਿਬ ਪੜ੍ਹ ਸਕਦੇ ਹੋ। ਇਸ ਕਰਕੇ ਗੁਰੂ ਨਾਨਕ ਦੇ ਪਿਤਾ ਜੀ ਚਾਹੁੰਦੇ ਸੀ ਕਿ ਨਿਤ ਪ੍ਰਤ ਵਧੈ ਭਜਨ ਮੈਂ ਪ੍ਰੀਤਾ, ਕਿ ਲੋਕਾਂ ਦੀ ਜਿਹੜੀ ਪ੍ਰੀਤ ਹੈ ਉਹ ਬੰਦਗੀ ਨਾਲ ਜੁੜੇ, ਭਗਤੀ ਨਾਲ ਜੁੜੇ, ਭਜਨ ਦੇ ਨਾਲ ਜੁੜਨ ਲੋਕ। ਹਾਂਜੀ। ਕਰਿਓ ਗਿਆਨ ਮੈਂ ਪੂਰਨ ਰਾਉ, ਸ੍ਰੀ ਨਾਨਕ ਜੀ ਦਿਆਲ ਸੁਭਾਉ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਭਾਅ ਬੜਾ ਦਿਆਲੂ ਹੈ। ਇਸੇ ਕਰਕੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਰਹਿਮਤ ਕੀਤੀ, ਰਾਜੇ ਸ਼ਿਵਨਾਭ ਨੂੰ ਪੂਰਨ ਗਿਆਨ ਬਖਸ਼ਿਆ। ਪੂਰਨ ਗਿਆਨ ਦਾ ਮਤਲਬ ਹੈ ਹਰ ਪ੍ਰਕਾਰ ਦੀ ਸੋਝੀ। ਅੱਜ ਕੱਲ੍ਹ ਨਾ ਇੱਕ ਬੱਚੀ ਸਟੱਡੀ ਕਰ ਰਹੀ ਹੈ IAS ਦਾ ਐਗਜ਼ਾਮ ਦੇਣ ਵਾਸਤੇ। ਉਹਦੇ ਮਾਤਾ ਜੀ ਆਏ, ਕਹਿੰਦੇ ਅਰਦਾਸ ਕਰ ਦਿਓ। ਮੈਂ ਕਿਹਾ ਲੜਕੀ ਨੂੰ ਲੈ ਆਇਓ। ਕਹਿੰਦੇ ਉਹਦੇ ਕੋਲ ਟਾਈਮ ਹੀ ਹੈ ਨਹੀਂ, ਕਿਉਂਕਿ IAS ਦੇ ਐਗਜ਼ਾਮ ਦੇ ਵਾਸਤੇ ਹੁੰਦਾ ਵੀ ਪੜ੍ਹੀ ਜਾਣਾ ਹੈ, ਪੜ੍ਹੀ ਜਾਣਾ ਹੈ। ਕਿਉਂਕਿ ਇਹ ਐਗਜ਼ਾਮ ਜਿਹੜਾ ਹੈ ਇਹ ਜਨਰਲ ਨੌਲੇਜ ਦਾ ਹੈ। ਤੁਸੀਂ ਇੱਕ ਸ਼ਬਦ ਸੁਣਿਆ, ਕੋਈ ਮੇਰੇ ਵਰਗਾ ਬਹੁਤਾ ਆਕੜੇ ਨਾ, ਅਗਲਾ ਕਹਿੰਦਾ ਵੀ ਤੂੰ DC ਲੱਗਾ। ਹੁਣ DC ਨੂੰ ਡਿਸਟ੍ਰਿਕਟ ਦਾ ਮਾਲਕ ਮੰਨਿਆ ਜਾਂਦਾ ਹੈ। ਹੁਣ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਡਿਪਾਰਟਮੈਂਟ ਤੇ ਹੈ ਨਹੀਂ, ਉਹਦੇ ਵਿੱਚ PWD ਵਾਲੇ ਵੀ ਨੇ, ਉਹਦੇ ਵਿੱਚ ਐਜੂਕੇਸ਼ਨ ਵਾਲੇ ਵੀ ਨੇ, ਉਹਦੇ ਵਿੱਚ ਹੈਲਥ ਵਾਲੇ ਵੀ ਨੇ, ਉਹਦੇ ਵਿੱਚ ਐਗਰੀਕਲਚਰ ਵਾਲੇ ਵੀ ਨੇ, ਉਹਦੇ ਵਿੱਚ ਸੇਲ ਟੈਕਸ ਵਾਲੇ ਵੀ ਨੇ, ਇਨਕਮ ਟੈਕਸ ਵਾਲੇ ਵੀ ਨੇ। ਇੱਕ ਜ਼ਿਲ੍ਹੇ ਦੇ ਵਿੱਚ ਕਿੰਨੇ ਡਿਪਾਰਟਮੈਂਟ ਚੱਲਦੇ ਨੇ, ਪਰ ਸਾਰਿਆਂ ਡਿਪਾਰਟਮੈਂਟ ਦਾ ਹੈੱਡ ਕੌਣ ਹੈ? ਉਹ DC ਹੈ। ਭਾਵ ਇਹ ਹੈ ਕਿ ਉਸ ਮਨੁੱਖ ਨੂੰ ਸਾਰੀ ਜਨਰਲ ਨੌਲੇਜ ਹੋਣੀ ਚਾਹੀਦੀ ਹੈ। ਪੂਰਨ ਗਿਆਨ ਦਾ ਅਰਥ ਹੈ ਕਿ ਤੁਹਾਨੂੰ ਹਰ ਪ੍ਰਕਾਰ ਦੀ ਸੋਝੀ ਹੋਣੀ ਚਾਹੀਦੀ ਹੈ। ਪੂਰਨ ਗਿਆਨ ਦਾ ਅਰਥ ਇਹ ਨਹੀਂ ਹੈ ਕਿ ਸਿਰਫ ਤੁਸੀਂ ਇੱਕ ਕੰਮ ਦੇ ਬਾਰੇ ਕਹੋ ਜੀ ਮੇਰੇ ਕੋਲ ਤੇ ਇਸ ਕੰਮ ਦੀ ਮੁਹਾਰਤ ਹੈ। ਨਹੀਂ, ਪੂਰਨ ਦਾ ਅਰਥ ਹੁੰਦਾ ਹੈ ਸਰਬ ਪੱਖੀ ਗਿਆਨ, ਬਹੁ ਪੱਖੀ ਨਹੀਂ। ਇਹ ਸ਼ਬਦ ਨੂੰ ਫਿਰ ਸਮਝ ਲੈਣਾ।
ਸਾਡੇ ਸਿੱਖੀ ਦੇ ਵਿੱਚ ਸਰਬਸੰਮਤੀ ਹੈ, ਬਹੁਤ ਸੰਮਤੀ ਨਹੀਂ ਹੈ। ਡੈਮੋਕ੍ਰੇਸੀ ਵਿੱਚ ਬਹੁਤ ਸੰਮਤੀ ਹੈ। ਜਿੱਧਰ 13 ਬੰਦੇ ਹੋਣਗੇ ਉਹ ਰੂਲ ਕਰਨਗੇ, 12 ਬੰਦੇ ਭਾਵੇਂ ਪੜ੍ਹੇ ਲਿਖੇ ਹੋਣ, 13 ਮੂਰਖ ਹੋਣਗੇ ਤਾਂ ਵੀ ਰਾਜ ਕਰਨਗੇ। ਸਾਡੇ ਵਿੱਚ ਬਹੁਤ ਸੰਮਤੀ ਨਹੀਂ ਹੈ, ਸਾਡੇ ਵਿੱਚ ਸਰਬਸੰਮਤੀ ਹੈ। ਇਸੇ ਤਰ੍ਹਾਂ ਪੂਰਨ ਗਿਆਨ ਦਾ ਅਰਥ ਬਹੁਪੱਖੀ ਗਿਆਨ ਨਹੀਂ ਹੈ, ਪੂਰਨ ਗਿਆਨ ਹੈ। ਪੂਰਨ ਗਿਆਨ ਦਾ ਅਰਥ ਹੈ ਕਿ ਉਹਨੂੰ ਹਰ ਤਰ੍ਹਾਂ ਦੀ ਸੋਝੀ ਹੈ। ਸਤਿਗੁਰੂ ਦੀ ਬਾਣੀ ਪੜ੍ਹੋ, ਤੁਹਾਨੂੰ ਸਿਹਤ ਬਾਰੇ, ਤੁਹਾਨੂੰ ਖੇਤੀਬਾੜੀ ਬਾਰੇ, ਤੁਹਾਨੂੰ ਦੁਕਾਨਦਾਰੀ ਬਾਰੇ, ਤੁਹਾਨੂੰ ਵਣਜ ਵਪਾਰ ਬਾਰੇ ਹਰ ਪ੍ਰਕਾਰ ਦੀ ਸੋਝੀ ਮਿਲੇਗੀ। ਫਿਰ ਆਪਣੇ ਗ੍ਰਸਤੀ ਜੀਵਨ ਬਾਰੇ ਪੁੱਛ ਲਓ, ਫਿਰ ਧਨ ਕਮਾਉਣ ਬਾਰੇ, ਘਰ ਬਣਾਉਣ ਬਾਰੇ, ਜਿਵੇਂ ਜਿਵੇਂ ਤੁਸੀਂ ਆਪਣੇ ਜੀਵਨ ਦੇ ਵਿੱਚ ਕੁਝ ਕਰਨ ਦੀ ਕੋਸ਼ਿਸ਼ ਕਰੋਗੇ, ਹਰ ਪ੍ਰਕਾਰ ਦੀ ਸੋਝੀ ਤੁਹਾਨੂੰ ਸਤਿਗੁਰੂ ਦੇ ਘਰ ਤੋਂ ਮਿਲ ਜਾਏਗੀ। ਸੇਵਾ ਕਿਵੇਂ ਕਰਨੀ ਹੈ, ਸਿਮਰਨ ਕਿਵੇਂ ਕਰਨਾ ਹੈ, ਦਾਨ ਕਿਵੇਂ ਕਰਨਾ ਹੈ, ਕਿਸੇ ਦੀ ਮਦਦ ਕਿਵੇਂ ਕਰਨੀ ਹੈ, ਸਾਰਾ ਕੁਝ ਲਿਖਿਆ ਹੋਇਆ ਹੈ। ਹੁਣ ਇਹਨੂੰ ਕਹਿੰਦੇ ਨੇ ਦੀਪਕ ਤੇ ਦੀਪਕ ਪ੍ਰਗਾਸਿਓ, ਦੀਵੇ ਤੋਂ ਦੀਵਾ ਜਗਾਇਆ ਹੈ। ਗੁਰੂ ਨਾਨਕ ਦੇ ਪਿਤਾ ਨੇ ਕਿਰਪਾ ਕੀਤੀ, ਆਪਣੇ ਤੋਂ ਅੱਗੇ ਰਾਜੇ ਸ਼ਿਵਨਾਭ ਨੂੰ ਪੂਰਨ ਗਿਆਨ ਬਖਸ਼ਿਆ। ਕਰਿਓ ਗਿਆਨ ਮੈਂ ਪੂਰਨ ਰਾਊ, ਸ਼੍ਰੀ ਨਾਨਕ ਜੀ ਦਿਆਲ ਸੁਭਾਉ। ਨਹੀਂ ਤੇ ਅਮੂਮਨ ਤੁਸੀਂ ਵੇਖੋਗੇ ਇੱਕ ਬੰਦਾ ਇੱਕ ਚੀਜ਼ ਵਿੱਚ, ਇੱਕ ਪ੍ਰੋਫੈਸ਼ਨ ਵਿੱਚ ਪਰਫੈਕਟ ਹੈ, ਬਾਕੀ ਟੋਟਲ ਫੇਲ ਹੈ। ਮੈਂ ਆਪ ਜੀ ਨੂੰ ਇੱਥੋਂ ਤੱਕ ਬੇਨਤੀ ਕਰਾਂ, ਇਹ ਗੱਲ ਪ੍ਰਿੰਸੀਪਲ ਗੰਗਾ ਸਿੰਘ ਹੋਰੀ ਕਹਿੰਦੇ ਹੁੰਦੇ ਸੀ। ਉਹ ਕਹਿੰਦੇ ਹੁੰਦੇ ਸੀ ਵੀ ਜੇ ਕੀਰਤਨ ਦਾ ਨੁਕਸਾਨ ਕਰਨਾ ਹੋਵੇ ਤੇ ਮੇਰੇ ਤੋਂ ਕਰਾ ਲਓ, ਵੀ ਮੈਨੂੰ ਕਹੋ ਪ੍ਰਿੰਸੀਪਲ ਗੰਗਾ ਸਿੰਘ ਜੀ ਇੱਕ ਸ਼ਬਦ ਸੁਣਾਓ। ਤੇ ਕਹਿੰਦੇ ਜੇ ਕਥਾ ਦਾ ਨੁਕਸਾਨ ਕਰਾਉਣਾ ਹੋਵੇ ਤੇ ਭਾਈ ਸੁਰਜਣ ਸਿੰਘ ਤੋਂ ਕਰਾ ਲਓ। ਭਾਈ ਸੁਰਜਣ ਸਿੰਘ ਸਿੱਖ ਕੌਮ ਦਾ ਨਾਮਵਰ ਕੀਰਤਨੀਆ ਹੋਇਆ, ਪਰ ਉਹ ਕਹਿੰਦੇ ਸੀ ਵੀ ਇਹਨੂੰ ਮੇਰੇ ਜਿੰਨਾ ਗਿਆਨ ਨਹੀਂ ਹੋ ਸਕਦਾ। ਤੇ ਪ੍ਰਿੰਸੀਪਲ ਗਿਆਨ ਦੇ ਵਿੱਚ ਬੜੇ ਪਰਫੈਕਟ ਸੀ, ਪਰ ਕਹਿੰਦੇ ਕੋਈ ਮੈਨੂੰ ਕਵੇ ਕੀਰਤਨ, ਕਹਿੰਦੇ ਮੈਨੂੰ ਕੀਰਤਨ ਬਾਰੇ ਰਾਗ ਤਾਲ ਇਹਦਾ ਸੁਰ ਗਿਆਨ ਜਿਹੜਾ ਮੈਨੂੰ ਨਹੀਂ ਹੈਗਾ। ਇਹ ਜ਼ਰੂਰੀ ਨਹੀਂ ਕਿ ਜਿਹੜਾ ਕੀਰਤਨ ਕਰ ਸਕਦਾ ਉਹ ਕਥਾ ਵੀ ਕਰ ਸਕੇ, ਜਿਹੜਾ ਕਥਾ ਕਰ ਸਕਦਾ ਉਹ ਕੀਰਤਨ ਵੀ ਕਰ ਸਕੇ, ਇਹ ਜ਼ਰੂਰੀ ਨਹੀਂ ਹੈ। ਹਰ ਰਾਗੀ ਕਵਿਤਾ ਨਹੀਂ ਗਾ ਸਕਦਾ, ਮੈਂ ਨਹੀਂ ਗਾ ਸਕਦਾ ਕਵਿਤਾ। ਹੁਣ ਕਵੀ ਨੂੰ ਕਹੋ ਜੀ ਤੂੰ ਕੀਰਤਨ ਕਰਕੇ ਸੁਣਾ, ਹੋ ਸਕਦਾ ਉਹਦਾ ਥੋੜਾ ਬਹੁਤਾ ਗਲਾ ਰਸੀਲਾ ਹੋਵੇ, ਕੋਈ ਇੱਕ ਦੋ ਆਵਾਜ਼ ਚੁੱਕ ਦਵੇ ਉਹ, ਪਰ ਮੇਰੇ ਵੱਸ ਦਾ ਤੇ ਹੈ ਨਹੀਂ। ਪੂਰਨ ਗਿਆਨ ਤੋਂ ਅਰਥ ਹੁੰਦਾ ਹੈ ਸਰਬਪੱਖੀ ਗਿਆਨ। ਗੁਰੂ ਨਾਨਕ ਦੇ ਪਿਤਾ ਜੀ ਦੇ ਜੀਵਨ ਨੂੰ ਪੜ੍ਹਨ ਦੀ ਲੋੜ ਹੈ, ਬਹੁਤ ਨੇੜੇ ਹੋ ਕੇ ਵੇਖਣ ਦੀ ਲੋੜ ਹੈ। ਇਸ ਕਥਾ ਨੂੰ ਜਦੋਂ ਸੁਣਦੇ ਹੋ ਨਾ ਤੁਸੀਂ ਹੈਰਾਨ ਹੋਵੋਗੇ। ਪੜ੍ਹੋ ਤੇ ਸਹੀ, ਉਹਨਾਂ ਨੇ ਆਪਣੇ ਮਾਤਾ ਪਿਤਾ ਜੀ ਨਾਲ ਕਿਵੇਂ ਨਿਰਵਾਹ ਕੀਤਾ। ਸਾਰੀ ਜ਼ਿੰਦਗੀ ਆਪਣੇ ਪਿਤਾ ਅੱਗੇ ਨਹੀਂ ਬੋਲੇ। ਅੱਜ ਮੈਨੂੰ ਸਾਬਤ ਕਰ ਦਿਓ ਕਿਹੜਾ ਬੱਚਾ ਜਿਹੜਾ ਆਪਣੇ ਪਿਓ ਅੱਗੇ ਨਹੀਂ ਬੋਲਦਾ, ਕਦੇ ਆਪਣੀ ਮਾਤਾ ਅੱਗੇ ਨਹੀਂ ਬੋਲੇ। ਆਪਣੀ ਵੱਡੀ ਭੈਣ ਦੀ ਕਿੰਨੀ ਇੱਜ਼ਤ ਕਰਦੇ ਸੀ ਉਹ, ਆਪਣੇ ਜੀਜਾ ਜੀ ਦੀ ਕਿੰਨੀ ਇੱਜ਼ਤ ਕਰਦੇ ਸੀ ਉਹ। ਇੱਥੋਂ ਤੱਕ ਚੌਧਰੀ ਰਾਏ ਬੁਲਾਰ ਦੇ ਅੱਗੇ ਸਤਿਗੁਰੂ ਨਹੀਂ ਬੋਲੇ। ਜਿਹੜਾ ਸੁਲਤਾਨਪੁਰ ਦਾ ਨਵਾਬ ਸੀ ਦੌਲਤ ਖਾਂ, ਸਤਿਗੁਰੂ ਉਹਦੇ ਅੱਗੇ ਵੀ ਨਹੀਂ ਬੋਲੇ। ਪਰ ਇਹਦਾ ਇਹ ਵੀ ਨਹੀਂ ਅਰਥ ਕਿ ਉਹਦੇ ਅੱਗੇ ਬੋਲੇ ਨਹੀਂ, ਤੇ ਇਹਦਾ ਅਰਥ ਇਹ ਹੈ ਵੀ ਸਤਿਗੁਰੂ ਉਹਨੂੰ ਮੱਥਾ ਟੇਕਦੇ ਸੀ। ਅਖੀਰ ਸਜਦੇ ਇਹਨਾਂ ਲੋਕਾਂ ਨੇ ਕੀਤੇ ਨੇ ਗੁਰੂ ਨਾਨਕ ਨੂੰ। ਪਰ ਅੱਜ ਹਰ ਬੰਦਾ ਕਹਿੰਦਾ ਜੀ ਮੈਂ ਉਹਦੇ ਅੱਗੇ ਬੋਲ ਪਿਆ ਜੀ, ਮੈਂ ਤਾਂ ਉਹਦੀ ਬੇਇੱਜ਼ਤੀ ਕਰਤੀ ਜੀ, ਮੈਂ ਤੁਹਾਨੂੰ ਐਂ ਕਹਿਤਾ ਜੀ, ਮੈਂ ਤਾਂ ਉਹਦੇ ਮੂੰਹ ਤੇ ਹੀ ਕਹਿਤਾ ਜੀ। ਵੀ ਮੂੰਹ ਤੇ ਕਹਿ ਦੇਣਾ ਵੀ ਇਹ ਕੋਈ ਜ਼ਿਆਦਾ ਸੱਚੇ ਹੋਣ ਦੀ ਗੱਲ ਹੈ।
ਇੱਕ ਕੰਮ ਉਹ ਕਰਦਾ ਜਿਹਦੇ ਕੋਲ ਲਿਆਕਤ ਨਹੀਂ ਹੁੰਦੀ, ਜਿਹਦੇ ਕੋਲ ਸਲੀਕਾ ਨਹੀਂ ਹੁੰਦਾ। ਮੂੰਹ ਤੇ ਬੋਲ ਦੇਣਾ ਕੋਈ ਬਹੁਤ ਚੰਗੇ ਸੰਸਕਾਰ ਨਹੀਂ ਹੈਗੇ। ਆਪਣੀ ਗੱਲ ਕਹਿਣ ਦਾ ਤਰੀਕਾ ਹੋਰ ਵੀ ਹੁੰਦਾ ਹੈ। ਤੋ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਜੀ ਨੇ ਰਾਜੇ ਸ਼ਿਵਨਾਭ ਨੂੰ ਗਿਆਨ ਬਖਸ਼ਿਆ ਹੈ। ਸਤਿਗੁਰੂ ਗੁਰੂ ਨਾਨਕ ਦੇ ਪਿਤਾ ਜੀ ਨੇ ਕਿਰਪਾ ਕੀਤੀ ਹੈ। ਹਾਂਜੀ। ਬਹਰੋ ਮੰਜੀ ਪਰ ਬੈਸਾਰਾ, ਕਿਉ ਪੂਜ ਤਹਿ ਦੇਸ਼ ਮਝਾਰਾ। ਫਿਰ ਸਤਿਗੁਰੂ ਜੀ ਨੇ ਇੱਕ ਮੰਜੀ ਵੀ ਬਖਸ਼ੀ, ਉਹਨੂੰ ਇੱਕ ਪਦਵੀ ਦਿੱਤੀ, ਇੱਕ ਪੋਸਟ ਦੇ ਦਿੱਤੀ, ਇੱਕ ਡੈਜਿਗਨੇਸ਼ਨ ਦੇ ਦਿੱਤਾ, ਇੱਕ ਟਾਈਟਲ ਦੇ ਦਿੱਤਾ ਉਸ ਨੂੰ ਕਿ ਤੂੰ ਅੱਜ ਤੋਂ ਮੰਜੀਦਾਰ ਹੈ। ਆਪ ਜੀ ਨੇ ਸੁਣਿਆ ਹੋਏਗਾ, ਬੜੇ ਨਾਂ ਸੁਣੇ ਨੇ ਆਪ ਜੀ ਨੇ। ਲੋਕ ਸਰਮਾਏਦਾਰ ਹੁੰਦੇ ਸੀ, ਜਮੇਦਾਰ ਹੁੰਦੇ ਸੀ। ਹੁਣ ਤੇ ਜਮੇਦਾਰ ਜਿਹੜਾ ਟਾਇਲਟ ਸਾਫ਼ ਕਰੇ ਸੀ ਉਹਨੂੰ ਕਹਿੰਦੇ ਆ। ਅੰਗਰੇਜ਼ਾਂ ਦੇ ਵੇਲੇ ਵੀ ਇੱਕ ਆਰਮੀ ਦੇ ਵਿੱਚ ਪੋਸਟ ਹੁੰਦੀ ਸੀ, ਸੂਬੇਦਾਰ, ਜਮੇਦਾਰ। ਅਸੀਂ ਜਿਹੜਾ ਬਾਥਰੂਮ ਦੇ ਵਿੱਚ ਸਫਾਈ ਕਰੇ ਉਹਨੂੰ ਜਮੇਦਾਰ ਕਹਿੰਦੇ ਆ। ਸਤਿਗੁਰੂ ਨੇ ਰਾਜੇ ਸ਼ਿਵਨਾਭ ਨੂੰ ਮੰਜੀਦਾਰ ਬਣਾਇਆ। ਅੱਜ ਦੇ ਡੇਟ ਵਿੱਚ ਕੀ ਕਵਾਂਗੇ ਆਪਾਂ, ਜਿਵੇਂ ਚੇਅਰਪਰਸਨ। ਸ਼ਾਇਦ ਅੰਗਰੇਜ਼ੀ ਦਾ ਅੱਖਰ ਹੈ, ਆਪਾਂ ਨੂੰ ਗੱਲ ਛੇਤੀ ਸਮਝ ਆ ਸਕੇ। ਚੇਅਰਪਰਸਨ ਦਾ ਅਰਥ ਹੈ ਕਿ ਜਿਹੜਾ ਇਸ ਡਿਪਾਰਟਮੈਂਟ ਦਾ ਜਾਂ ਇਸ ਕੰਪਲੈਕਸ ਦਾ ਜਾਂ ਇਸ ਇੰਸਟੀਚਿਊਟ ਦਾ ਜਾਂ ਇਹ ਅਦਾਰਾ ਜਿਹੜਾ ਹੈ, ਜਿਹੜਾ ਉਹਦਾ ਹੈੱਡ ਹੈ, ਆਪਾਂ ਕਹਿੰਦੇ ਨਹੀਂ ਇਹਦਾ ਚੇਅਰਪਰਸਨ ਕੌਣ ਹੈ। ਚੇਅਰਾਂ ਤੇ ਲਾਇਬ੍ਰੇਰੀ 'ਚ ਵੀ ਬੜੀਆਂ ਲੱਗੀਆਂ ਹੁੰਦੀਆਂ ਨੇ, ਲੈਬੋਰਟਰੀ 'ਚ ਵੀ ਲੱਗੀਆਂ ਹੁੰਦੀਆਂ ਨੇ। ਚੇਅਰਾਂ ਤੇ ਜਿਹੜਾ ਵੇਟਿੰਗ ਏਰੀਆ ਹੁੰਦਾ ਉੱਥੇ ਕਈ ਵਾਰੀ ਸੋਫਿਆਂ ਦੇ ਰੂਪ 'ਚ ਲੱਗੀਆਂ ਹੁੰਦੀਆਂ ਨੇ। ਪਰ ਸਵਾਲ ਇਹ ਵੀ ਉਹਦਾ ਹੈੱਡ ਕੌਣ ਹੈ। ਸੰਗਲਾ ਦੀਪ ਦੇ ਇਲਾਕੇ ਦਾ ਰਾਜੇ ਸ਼ਿਵਨਾਭ ਨੂੰ ਸਤਿਗੁਰਾਂ ਨੇ ਮੰਜੀਦਾਰ ਥਾਪਿਆ ਤੇ ਕੀਓ ਪੂਜ ਤੈ ਦੇਸ਼ ਮਝਾਰਾ। ਤੇ ਉਹਦੇ ਪ੍ਰਜਾ ਦੇ ਕੋਲੋਂ ਉਹਦੀ ਫਿਰ ਪੂਜਾ ਕਰਾਈ। ਹੁਣ ਸਾਨੂੰ ਤੇ ਇਸ ਗੱਲ ਦੀ ਬੜੀ ਈਰਖਾ ਹੈ, ਸਾਡੇ 'ਚ ਬੜਾ ਪਰਸਨੈਲਿਟੀ ਕ੍ਰੈਸ਼ ਹੈ। ਜਿਹੜੀ ਧਾਰਮਿਕ ਸ਼੍ਰੇਣੀ ਹੈ ਉਹਦਾ ਸਭ ਤੋਂ ਵੱਡਾ ਦੁਖਾਂਤ ਕੀ ਹੈ। ਇੱਕ ਸਿੰਘ ਸਭਾ ਦੇ ਵਿੱਚ ਜਦੋਂ ਕਿਸੇ ਗ੍ਰੰਥੀ ਸਿੰਘ ਦੀ, ਰਾਗੀ ਸਿੰਘ ਦੀ ਸੰਗਤ ਵਿੱਚ ਗੱਲਬਾਤ ਠੀਕ ਹੋ ਜਾਏ ਤੇ ਪ੍ਰਧਾਨ ਸੋਚਦਾ ਵੀ ਮੈਂ ਕੌਣ ਆ। ਉਹ ਫਿਰ ਐਸੀ ਚੱਕਰੀ ਚਲਾਉਂਦਾ, ਐਸੀ ਚੱਕਰੀ ਚਲਾਉਂਦਾ ਵੀ ਬਾਬੇ ਨੂੰ ਕੱਢ ਕੇ ਛੱਡਦਾ। ਉਹ ਕਹਿੰਦਾ ਜਿਹੜਾ ਆਉਂਦਾ ਭਾਈ ਸਾਹਿਬ ਕਿੱਥੇ ਨੇ, ਕਿਹੜਾ ਜਿਹੜਾ ਆਉਂਦਾ ਭਾਈ ਸਾਹਿਬ ਕਿੱਥੇ ਨੇ, ਮੈਂ ਕੌਣ ਆ ਬਈ। ਪਰ ਇਹ ਗੁਰਮਤ ਦਾ ਇੱਕ ਪ੍ਰਿੰਸੀਪਲ ਹੈ, ਜਿਨ ਨਾਨਕ ਸਤਿਗੁਰ ਪੂਜਿਆ। ਕਰੋ ਕਿਰਪਾ, ਸਾਰੇ ਬੋਲੋ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਗੁਰੂ ਨਾਨਕ ਨੇ ਰਾਜੇ ਸ਼ਿਵਨਾਭ ਦੀ ਪੂਜਾ ਕਰਾਈ ਹੈ, ਉਹਨੂੰ ਮੰਜੀ ਬਖਸ਼ ਦਿੱਤੀ। ਹਾਂਜੀ। ਆਪ ਗਵਨ ਕੀ ਕੀਨੀ ਤਿਆਰੀ, ਚਹਿਤ ਨ ਵਿਚਰਿਓ ਨ੍ਰਿਪ ਬਹੁ ਭਾਰੀ। ਆਪ ਗਵਨ ਕੀ ਕੀਨੀ ਤਿਆਰੀ। ਹੁਣ ਸਤਿਗੁਰੂ ਜੀ ਇੱਥੋਂ ਚੱਲਣ ਲੱਗੇ ਨੇ। ਚਹਿਤ ਨਾ ਵਿਛਰਿਓ ਨ੍ਰਿਪ ਬਿਰਹੇ ਭਾਰੀ। ਰਾਜਾ ਵਿਛੜਨਾ ਨਹੀਂ ਚਾਹੁੰਦਾ, ਕਿਉਂਕਿ ਵਿਛੋੜਾ ਇੱਕ ਦੁੱਖ ਹੈ। ਸਾਨੂੰ ਤੇ ਗੱਲ ਸਮਝ ਹੀ ਨਹੀਂ ਨਾ ਆਉਂਦੀ। ਸਾਡੀ ਤੇ ਹਾਲਤ ਇਹ ਵੀ ਅਵਰ ਮਰਤ ਮਾਇਆ ਮਨ ਤੋਲੇ। ਬੰਦੇ ਦੀ ਚਿਖਾ ਬਲ ਰਹੀ ਹੁੰਦੀ ਹੈ ਤੇ ਮੇਰੇ ਵਰਗੇ ਕਰੀ ਜਾਂਦੇ ਨੇ ਵੀ 100 ਕਰੋੜ ਤੇ ਛੱਡ ਗਿਆ ਹੋਏਗਾ। ਮਤਲਬ ਉਹਦੀ ਲਾਸ਼ ਸੜ ਰਹੀ ਹੈ ਤੇ ਮੇਰੇ ਵਰਗੇ ਨੇ ਕੈਲਕੂਲੇਟਰ ਚੁੱਕਿਆ ਹੋਇਆ ਵੀ ਪੈਸੇ ਤੇ ਬੜੇ ਛੱਡ ਗਿਆ, ਨਿਆਣੇ ਤੇ ਨਹੀਂ ਭੁੱਖੇ ਮਰਦੇ। ਅਸੀਂ ਇੱਥੇ ਖਲੋਤੇ ਹਾਂ। ਨਹੀਂ, ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ।
ਅਸੀਂ ਸਿਰਫ ਮਾਇਆ ਚਲੀ ਗਈ ਤੇ ਦੁੱਖ ਮੰਨਦੇ ਹਾਂ, ਆ ਗਈ ਤੇ ਸੁੱਖ ਮੰਨਦੇ ਹਾਂ। ਇੱਕ ਵੇਲਾ ਸੀ, ਅਗਰ ਅੱਜ ਵੀ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ ਹੋਵੇ ਤੇ ਉਹਨੂੰ ਜਾ ਕੇ ਦੱਸਿਓ ਕਿ ਅੱਜ ਬਾਪੂ ਜੀ ਉਹਦੀ ਗੱਡੀ ਲੱਗ ਗਈ, ਤਾਂ ਤੁਹਾਨੂੰ ਬੜੀ ਛੇਤੀ ਨਾਲ ਪੁੱਛੇਗਾ ਕਾਕੇ ਦਾ ਕੀ ਹਾਲ ਹੈ। ਅੱਜ ਕੋਈ ਨਹੀਂ ਪੁੱਛੇਗਾ। ਤੁਸੀਂ ਕਿਉਂ ਕਿਸੇ ਨੂੰ ਉਹਦੀ ਗੱਡੀ ਲੱਗ ਗਈ, ਬਾਵਾ ਲੱਗ ਗਈ ਹੈ, ਉਹਦਾ ਮਤਲਬ ਹਾਏ ਪੈਸੇ ਚਲੇ ਗਏ। ਵੀ ਬੰਦੇ ਦਾ ਤੇ ਪਤਾ ਕਰ ਲੋ ਹੈਗਾ ਕਿ ਮਰ ਗਿਆ। ਅੱਜ ਦੇ ਹਾਲਾਤ ਇਹ ਨੇ ਕਿ ਸਾਨੂੰ ਮਾਇਆ ਦਾ ਪ੍ਰਭਾਵ ਹੈ। ਸਾਡੇ ਬਜ਼ੁਰਗਾਂ ਦੇ ਵੇਲੇ ਐਸਾ ਨਹੀਂ ਸੀ। ਜੇ ਕੋਈ ਕਹਿੰਦਾ ਵੀ ਸੀ ਨਾ ਵੀ ਘਾਟਾ ਪੈ ਗਿਆ ਹੈ, ਤੇ ਉਹ ਕਹਿੰਦੇ ਹੁੰਦੇ ਸੀ, ਮੈਂ ਆਪਣੇ ਕੰਨਾਂ ਨਾਲ ਸੁਣੀ ਗੱਲ ਹੈ, ਮੈਨੂੰ ਅੱਜ ਤੱਕ ਵੀ ਯਾਦ ਹੈ। ਉਹ ਕਹਿੰਦੇ ਹੁੰਦੇ ਸੀ ਮਾਇਆ, ਕਹਿੰਦੇ ਤੇ ਬੰਦੇ ਦੇ ਹੱਥਾਂ ਦੀ ਮੈਲ ਹੈ, ਇਹ 2-4 ਵਾਰੀ ਐਂ ਕਰੇਗਾ ਤੇ ਉਤਰ ਜੇਗੀ, ਜਿੰਨੀ ਮਰਜ਼ੀ ਪੈਦਾ ਕਰ ਲਓ, ਹੱਥਾਂ ਦੀ ਮੈਲ ਹੈ। ਤਾਂ ਗੱਲ ਤੇ ਠੀਕ ਹੈ, ਥੋੜੀ ਜਿਹੀ ਮਿਹਨਤ ਕਰੋ ਪੈਸੇ ਪੈਦਾ ਹੋ ਜਾਣਗੇ ਭਾਈ। ਰਾਜੇ ਨੂੰ ਪਤਾ ਸੀ ਵਿਛੋੜਾ ਇੱਕ ਦੁੱਖ ਹੈ, ਰਾਜਾ ਵਿਛੜਨਾ ਹੀ ਨਹੀਂ ਚਾਹੁੰਦਾ ਸੀ। ਹਾਂਜੀ। ਕਮਲ ਬਦਨ ਪੁਨ ਬਚਨ ਬਖਾਨੇ, ਸੁਣ ਰਾਜਨ ਪੋ ਪਰਮ ਸਿਆਣੇ। ਗੁਰੂ ਨਾਨਕ ਦੇ ਪਿਤਾ ਨੇ ਸਮਝਾਇਆ, ਰਾਜਾ ਤੂੰ ਸਿਆਣਾ ਹੈ, ਤੂੰ ਪਰਮ ਸਿਆਣਾ ਹੈ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਪਰਮਾਤਮਾ ਨੇ ਕਈ ਕੰਮ ਦੇ ਕੇ ਭੇਜਿਆ, ਔਰ ਸਾਰੇ ਕੰਮ ਕਰਨੇ ਜ਼ਰੂਰੀ ਨੇ। ਇਹਦਾ ਬੜਾ ਸਾਦਾ ਜਿਹਾ ਪਾਠ ਹੈ, ਔਰ ਤੁਹਾਨੂੰ ਮੈਨੂੰ ਸਾਰਿਆਂ ਨੂੰ ਹੀ ਆਉਂਦਾ ਹੈ। ਉਹ ਹੈ ਕਿ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਇਹ ਤਾਂ ਜ਼ਿੰਮੇਵਾਰੀਆਂ ਨੇ ਭਾਈ, ਰੱਬ ਨੇ ਲਾਈਆਂ ਹੋਈਆਂ ਨੇ, ਔਰ ਤੁਹਾਨੂੰ ਇਹ ਕਰਨੀਆਂ ਪੈਣੀਆਂ ਨੇ, ਨਿਭਾਉਣੀਆਂ ਪੈਣੀਆਂ ਨੇ। ਕੌਣ ਰੋਕ ਸਕਦਾ ਹੈ? ਸਾਡੀ ਬਦਕਿਸਮਤੀ ਹੈ ਕਿ ਸਾਡੇ ਵਿੱਚ ਚਿੰਤਨ ਹੈ ਹੀ ਨਹੀਂ। ਸਾਡੇ ਵਿੱਚ 2 ਮਿੰਟ ਦਾ ਬੈਠਣ ਦਾ ਵੀ ਟਾਈਮ ਹੈ ਨਹੀਂ ਸਾਡੇ ਕੋਲੇ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਨਾ ਆਸਣ ਸਿੱਖੋ, ਘਰ ਦੀ ਕੁੰਡੀ ਮਾਰਨੀ ਤਾਂ ਸਿੱਖ ਲਓ, ਘਰ ਦੀ ਕੁੰਡੀ ਮਾਰ ਕੇ ਇਕੱਲੇ ਬਹਿਣਾ ਸਿੱਖ ਲਓ। ਉਸ ਤੋਂ ਬਾਅਦ ਵੇਖੋ ਤੁਹਾਡੀ ਆਪਣੀ ਜ਼ਿੰਦਗੀ ਦੀ ਫਿਲਮ ਤੁਹਾਡੀਆਂ ਅੱਖਾਂ ਅੱਗੇ ਕਿਵੇਂ ਚੱਲਦੀ ਹੈ। ਸਾਨੂੰ ਪਤਾ ਹੀ ਨਹੀਂ ਰੱਬ ਨੇ ਕਿੱਥੇ ਕਿੱਥੇ ਕੀ ਕੀ ਪੈਦਾ ਕੀਤਾ ਹੈ। ਆ ਜਿਹੜੀ ਓਪਨ ਹਾਰਟ ਸਰਜਰੀ ਹੈ, ਬਾਈਪਾਸ ਹੈ, ਕੀ ਤੁਹਾਨੂੰ ਮੈਨੂੰ ਪਤਾ ਸੀ ਕਿ ਬੰਦੇ ਦੀਆਂ ਦੋਵਾਂ ਲੱਤਾਂ ਵਿੱਚ ਇੱਕ ਨਾੜੀ ਐਕਸਟਰਾ ਹੁੰਦੀ ਹੈ? ਰੱਬ ਨੂੰ ਪਤਾ ਸੀ ਵੀ ਇਹ ਉਲਟਾ ਪੁਲਟਾ ਖਾਏਗਾ, ਫਿਰ ਇਹਦੇ ਹਾਰਟ ਦਾ ਆਪਰੇਸ਼ਨ ਹੋਏਗਾ, ਫਿਰ ਉੱਥੇ ਨਵੀਂ ਨਾੜੀ ਪਾਉਣੀ ਪੈਗੀ, ਫਿਰ ਪਤਾ ਨਹੀਂ ਇਹਦਾ ਕਿਸੇ ਦੇ ਨਾਲ ਬਲੱਡ ਦਾ ਜਾਂ ਬਾਕੀ ਕਨੈਕਸ਼ਨ ਹੋਏਗਾ ਕਿ ਨਹੀਂ ਹੋਏਗਾ। ਤੁਹਾਡੇ ਆਪਣੇ ਸਰੀਰ ਵਿੱਚ ਸਪੇਅਰ ਪਾਰਟ ਰੱਬ ਨੇ ਰੱਖਿਆ ਹੋਇਆ ਹੈ। ਇਸ ਤੋਂ ਅੱਗੇ ਚੱਲੋ, ਰੱਬ ਨੇ ਐਸੀਆਂ ਬੱਚੀਆਂ, ਐਸੀਆਂ ਧੀਆਂ ਵੀ ਪੈਦਾ ਕੀਤੀਆਂ ਨੇ ਜਿਨ੍ਹਾਂ ਦੇ ਘਰ ਸੰਤਾਨ ਪੈਦਾ ਨਹੀਂ ਹੁੰਦੀ। ਔਰ ਜਿਹੜੇ ਸਿਆਣੇ ਮਾਂ-ਬਾਪ ਨੇ, ਧਰਮੀ ਨੇ, ਮੈਂ ਵੇਖਿਆ ਕਿ ਉਹ ਜਦੋਂ ਬੱਚੀ ਵਿਆਹਣ ਯੋਗ ਹੋਵੇ ਤਾਂ ਪਹਿਲਾਂ ਦੱਸਦੇ ਨੇ ਕਿ ਭਾਈ ਇਸ ਬੱਚੀ ਦੇ ਘਰ ਬੱਚਾ ਨਹੀਂ ਹੋਏਗਾ। ਫਿਰ ਉਸ ਬੱਚੀ ਦਾ ਵਿਆਹ ਉੱਥੇ ਕੀਤਾ ਜਾਂਦਾ ਹੈ ਜਿੱਥੇ ਕੋਈ ਮਾਂ ਬੱਚੇ ਨੂੰ ਜਨਮ ਦੇ ਕੇ ਮਰ ਚੁੱਕੀ ਹੈ। ਉਹ ਬੱਚੀ ਫਿਰ ਉਹਨਾਂ ਬੱਚਿਆਂ ਦੀ ਮਾਂ ਬਣ ਕੇ ਉਹਨਾਂ ਬੱਚਿਆਂ ਦੀ ਪ੍ਰਤਪਾਲਣਾ ਕਰਦੀ ਹੈ। ਹੁਣ ਸਾਡੇ 'ਚ ਤੇ ਸਾਰੇ ਹੀ ਪਾਪ ਨੇ ਨਾ, ਵੀ ਅਸੀਂ ਨਾ ਕੁਝ ਜਾਣਨਾ ਚਾਹੁੰਦੇ ਆ, ਨਾ ਦੱਸਣਾ ਚਾਹੁੰਦੇ ਆ। ਸਾਡੇ ਬਜ਼ੁਰਗ ਸੱਚ ਦੇ, ਧਰਮ ਦੇ, ਰੱਬ ਦੇ ਘਰ ਦੇ ਬਹੁਤ ਨੇੜੇ ਸੀ। ਹੁਣ ਬੋਲੀਏ ਸੱਚ, ਧਰਮ, ਝੂਠ ਨਾ ਬੋਲੀਏ, ਉਹਦੇ ਅਰਥ ਕੀ ਨੇ? ਅੱਜ ਮੈਡੀਕਲੀ ਅਨਫਿਟ ਬੱਚਾ ਵੀ ਅਸੀਂ ਵਿਆਹ ਦਿੰਦੇ, ਵੀ ਆਪੇ ਝੂਠ ਝਾਟ ਬੋਲਿਆ, ਕੁਝ ਵਿਚੋਲਿਆਂ ਬੋਲਿਆ, ਕੁਝ ਆਪਾਂ ਬੋਲਿਆ, ਕੋਈ ਡਾਕਟਰੀ ਰਿਪੋਰਟਾਂ ਲੁਕੋ ਲਈਆਂ। ਮੇਰੇ ਇੱਕ ਦੋਸਤ ਨੇ, ਕੋਹਲੀ ਸਾਹਿਬ, ਗੁਜਰਾਵਾਲਾ ਟਾਊਨ ਹੈ,
ਉਹ ਮੈਨੂੰ ਜਦੋਂ ਮਿਲਣ ਇੱਕੋ ਹੀ ਗੱਲ ਕਹਿੰਦੇ ਨੇ ਕਿ ਗਿਆਨੀ ਜੀ ਹੱਥ ਜੋੜੋ ਲੋਕਾਂ ਨੂੰ। ਸ਼ਾਇਦ ਮੈਂ ਠੀਕ ਸ਼ਬਦ ਬੋਲਦਾ ਹੋਵਾਂ ਕਿ ਸਹਿਮੀ, ਪਤਾ ਨਹੀਂ ਕੀ ਪੂਰਾ ਸ਼ਬਦ ਹੈ, ਮੈਨੂੰ ਯਾਦ ਹੀ ਭੁੱਲ ਗਿਆ, ਕਿ ਰਿਸ਼ਤਾ ਕਰਨ ਤੋਂ ਪਹਿਲਾਂ ਇਹ ਬੱਚਿਆਂ ਦਾ ਟੈਸਟ ਜ਼ਰੂਰ ਕਰਾਓ। ਇੱਕ ਬੱਚੇ ਨੂੰ ਉਹ ਰੋਗ ਹੋਵੇ, ਲੜਕੀ ਨੂੰ, ਲੜਕੇ ਨੂੰ ਨਾ ਹੋਵੇ ਤੇ ਨੋ ਪ੍ਰੋਬਲਮ। ਲੜਕੇ ਨੂੰ ਹੋਵੇ, ਲੜਕੀ ਨੂੰ ਨਾ ਹੋਵੇ ਤੇ ਨੋ ਪ੍ਰੋਬਲਮ। ਪਰ ਅਗਰ ਬਦਕਿਸਮਤੀ ਨਾਲ ਦੋਵਾਂ ਬੱਚਿਆਂ ਨੂੰ ਹੋਇਆ ਤੇ ਉਹਨਾਂ ਦਾ ਹੋ ਗਿਆ ਵਿਆਹ, ਤੇ ਉਹਨਾਂ ਦੇ ਜਿੰਨੇ ਬੱਚੇ ਪੈਦਾ ਹੋਣਗੇ ਉਹਨਾਂ ਦਾ ਬਲੱਡ ਨਹੀਂ ਬਣੇਗਾ। ਹੁਣ ਇਹਦੇ 'ਚ ਕੀ ਮਾੜੀ ਗੱਲ ਹੈ? ਕਿ ਇਹ ਸੱਚ ਬੋਲਣਾ ਨਹੀਂ ਚਾਹੀਦਾ? ਸੱਚ ਬੋਲਣ ਦਾ ਮਤਲਬ ਇਹ ਥੋੜਾ ਵੀ ਕਿਸੇ ਦੀ ਚਾਰ ਬੰਦਿਆਂ 'ਚ ਖਲੋਤਿਆਂ ਬੇਇੱਜ਼ਤੀ ਕਰ ਦਿਓ ਜੀ ਮੈਂ ਸੱਚ ਬੋਲਦਾ। ਨਹੀਂ, ਉਹ ਸੱਚ ਬੋਲਣਾ ਵੀ ਇਹੋ ਜਿਹਾ ਪਾਪ ਹੈ ਜਿਹੜਾ ਕਿਸੇ ਦੀ ਬੇਇੱਜ਼ਤੀ ਕਰਨ ਲਈ ਬੋਲਿਆ ਜਾਏ। ਉਹ ਸੱਚ ਬੋਲਣਾ ਵੀ ਪਾਪ ਹੈ। ਸੱਚ ਉਹੀ ਬੋਲਣਾ ਠੀਕ ਹੈ ਜਿਹਦੇ ਨਾਲ ਕਿਸੇ ਦਾ ਭਲਾ ਹੁੰਦਾ ਹੋਵੇ। ਇਹਦਾ ਅਰਥ ਇਹ ਨਹੀਂ ਕਿ ਸੱਚ ਬੋਲਣਾ ਨਹੀਂ ਹੈ। ਹਾਂ, ਉਹ ਸੱਚ ਤੁਸੀਂ ਉਹਨੂੰ ਵੱਖਰਾ ਕਰਕੇ ਵੀ ਤੇ ਕਹਿ ਸਕਦੇ ਹੋ ਕਿ ਭਰਾ ਜੀ ਤੁਹਾਡੀ ਆ ਗਲਤੀ ਹੈ, ਆਪਣੇ ਆਪ ਨੂੰ ਠੀਕ ਕਰੋ। ਤਾਂ ਗੁਰੂ ਨਾਨਕ ਦੇ ਪਿਤਾ ਮਹਾਰਾਜ ਜਦੋਂ ਤੁਰਨ ਲੱਗਦੇ ਨੇ ਤੇ ਰਾਜਾ ਦੁੱਖ ਮਹਿਸੂਸ ਕਰਦਾ ਹੈ, ਬਿਰਹਾ। ਉਹ ਗੁਰੂ ਨਾਨਕ ਸਾਹਿਬ ਜੀ ਤੋਂ ਵਿਛੜਨਾ ਨਹੀਂ ਚਾਹੁੰਦਾ, ਕਿਉਂਕਿ ਦੁਨੀਆ ਦੇ ਚਾਰ ਦੁੱਖ ਮੰਨੇ ਗਏ ਨੇ। ਪਹਿਲਾ ਦੁੱਖ ਹੀ ਵਿਛੋੜਾ ਹੈ, ਵੱਡਾ ਦੁੱਖ ਵੀ ਇਹੋ ਹੀ ਹੈ। ਭੁੱਖ ਦਾ ਦੁੱਖ, ਰੋਗ ਦਾ ਦੁੱਖ, ਇਹ ਛੋਟੇ ਛੋਟੇ ਦੁੱਖ ਨੇ, ਇਹਨਾਂ ਦਾ ਇਲਾਜ ਹੈ, ਵਿਛੋੜੇ ਦਾ ਕੋਈ ਇਲਾਜ ਨਹੀਂ ਹੈ। ਹਾਂਜੀ। ਕਮਲ ਬਦਨ ਪੁਨ ਬਚਨ ਬਖਾਨੇ, ਸੁਣ ਰਾਜਨ ਭੋ ਪਰਮ ਸਿਆਣੇ। ਕਮਲ ਬਦਨ ਪੁਨ ਬਚਨ ਬਖਾਨੇ। ਗੁਰੂ ਨਾਨਕ ਸਾਹਿਬ ਨੇ ਬਚਨ ਆਖੇ, ਰਾਜਾ ਤੂੰ ਤੇ ਬਹੁਤ ਸਿਆਣਾ ਹੈ ਭਾਈ, ਸੁਗੜ ਹੈ। ਹਾਂਜੀ। ਅਬ ਤੁਝ ਪੂਰਨ ਭਇਓ ਵਿਵੇਕਾ, ਹਮ ਕਰਨੇ ਹੈ ਕਾਜ ਅਨੇਕਾ। ਵੇਖ ਰਾਜਨ, ਹੁਣ ਤਾਂ ਤੈਨੂੰ ਸਾਰਾ ਹੀ ਗਿਆਨ ਹੈ। ਜਿਹੜੇ ਬਾਕੀ ਕਾਰਜ ਕਰਨੇ ਨੇ ਉਹ ਵੀ ਤਾਂ ਕਰਨੇ ਬਣਦੇ ਨੇ ਨਾ। ਉਹ ਤਾਂ ਹੀ ਹੋ ਸਕਦੇ ਨੇ ਜੇ ਅਸੀਂ ਤੇਰੇ ਕੋਲੋਂ ਇੱਥੋਂ ਪ੍ਰਸਥਾਨ ਕਰਾਂਗੇ ਤਾਂ। ਹਾਂਜੀ। ਤਰੋ ਧਿਆਨ ਮੈਂ ਸਦਾ ਸਮੀਪਾ, ਆਸ ਸੁਨ ਗਦ ਗਦ ਭਾਵਨੀਪਾ। ਤਰੋ ਧਿਆਨ ਮੈਂ ਸਦਾ ਸਮੀਪਾ। ਸਤਿਗੁਰੂ ਕਹਿਣ ਲੱਗੇ ਤੁਸੀਂ ਪਰਮੇਸ਼ਰ ਦਾ ਧਿਆਨ ਧਰਨਾ ਹੈ। ਭਗਤੀ ਦੇ ਵਿੱਚ, ਬੰਦਗੀ ਦੇ ਵਿੱਚ, ਸਿਮਰਨ ਦੇ ਵਿੱਚ। ਰਾਜਨ ਅਸੀਂ ਸਦਾ ਹੀ ਤੁਹਾਡੇ ਅੰਗ ਸੰਗ ਹੋਵਾਂਗੇ। ਹਾਂਜੀ। ਸਰਬ ਪ੍ਰਕਾਰ ਦੀਨ ਤਹਿ ਧੀਰਾ, ਗਮਨ ਕੀਓ ਪੁਨ ਗੁਣੀ ਗਹੀਰਾ। ਰਾਜੇ ਦਾ ਮਨ ਬੜਾ ਪ੍ਰਸੰਨ ਹੋਇਆ। ਇਉਂ ਧੀਰਜ ਦੇ ਕੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਪ੍ਰਸਥਾਨ ਕੀਤਾ। ਸਤਿਗੁਰੂ ਸੰਗਲਾ ਦੀਪ ਤੋਂ ਚੱਲੇ ਨੇ। ਹਾਂਜੀ। ਪੂਜਾ ਨ੍ਰਿਪ ਕੀ ਸ੍ਰੀ ਗੁਰੂ ਪਾਛੇ, ਸਰਬ ਦੇਸ਼ ਕਰ ਹੀ ਬਿਦ ਆਛੇ। ਪੂਜਾ ਨ੍ਰਿਪ ਕੀ ਸ਼੍ਰੀ ਗੁਰ ਪਾਛੇ। ਗੁਰੂ ਪਿਤਾ ਜੀ ਦੇ ਜਾਣ ਤੋਂ ਬਾਅਦ ਸਾਰੀ ਪ੍ਰਜਾ ਰਾਜੇ ਦੀ ਪੂਜਾ ਕਰਦੀ ਸੀ, ਰਾਜੇ ਦੀ ਇੱਜ਼ਤ ਕਰਦੀ ਸੀ। ਹੁਣ ਸਾਡੇ ਵਿੱਚ ਇਹ ਵੀ ਇੱਕ ਤਕਲੀਫ ਹੈ। ਇਹ ਜੀ ਰਾਗੀਆਂ ਦੇ ਵਾਜੇ ਕੋ ਚੁੱਕ ਕੇ ਕਹਿੰਦੇ ਰਾਗੀਆਂ ਦੀਆਂ ਟੁੱਟੀਆਂ ਨੇ, ਆਪ ਨਹੀਂ ਚੁੱਕ ਸਕਦੇ। ਤੁਸੀਂ ਨੋਟ ਕੀਤਾ ਹੋਏਗਾ ਅੱਜ ਕੱਲ੍ਹ ਰਾਗੀ ਸਿੰਘ ਵਾਜੇ ਆਪੇ ਚੁੱਕ ਕੇ ਲਿਆਉਂਦੇ ਨੇ। ਇੱਕ ਵੇਲਾ ਸੀ ਵੀ ਲੋਕ ਵਾਜੇ ਚੁੱਕਣੇ ਧੰਨ ਭਾਗ ਸਮਝਦੇ ਸੀ ਵੀ ਇਹਨਾਂ ਨੇ ਸਾਨੂੰ ਕੀਰਤਨ ਸੁਣਾਉਣਾ ਹੈ। ਹੁਣ ਤੇ ਮੇਰੇ ਵਰਗਾ ਅੱਗੇ ਜਾਂਦਾ ਹੋਵੇ ਤੇ ਮਗਰ ਸੇਵਾਦਾਰ, ਕਿਉਂ ਗਿਆਨੀ ਜੀ ਤੁਹਾਨੂੰ ਵੀ ਬੰਦੇ ਰੱਖਣ ਦੀ ਲੋੜ ਪੈ ਗਈ।
ਇਹ ਗੱਲ ਨਾ ਮੈਂ ਆਪਣੇ ਪਿੰਡ ਦੇ ਚੌਂਕੀਦਾਰ ਤੋਂ ਸਿੱਖੀ ਹੈ। ਜਦੋਂ ਬਾਹਰ ਜਾਈਏ ਫਿਰ ਮੈਂ ਉਹਨਾਂ ਨੂੰ ਸੁਣਾਉਣਾ ਹੁੰਦਾ। ਬਾਹਰ ਜਾਓ ਨਾ, ਰਣਜੀਤ ਸਿੰਘ ਕੀ ਹਾਲ ਹੈ? ਮੈਂ ਕਿਹਾ ਕਿਉਂ, ਤੁਹਾਨੂੰ ਰੱਬ ਨੇ ਕਿਸੇ ਨੇ ਲਿਆਕਤ ਨਹੀਂ ਦਿੱਤੀ? ਤੁਹਾਨੂੰ ਕੋਈ ਤਮੀਜ਼, ਤੁਹਾਨੂੰ ਕੋਈ ਸਲੀਕਾ, ਤੁਹਾਨੂੰ ਕੋਈ ਸੱਭਿਅਤਾ ਰੱਬ ਨੇ ਦਿੱਤੀ ਨਹੀਂ? ਮੇਰੇ ਪਿੰਡ 'ਚ ਨਾ ਚੌਂਕੀਦਾਰ ਹੁੰਦਾ ਸੀ। ਇਹ ਹਕੀਕਤ ਹੈ ਕਿ ਉਹਨੂੰ ਇੱਕ ਦਿਨ ਪਿੰਡ ਦੇ ਸਰਪੰਚ ਨੇ ਬੁਲਾਇਆ, ਉਹਦਾ ਨਾਂ ਸੀ ਬਾਘਾ। ਕਹਿਣ ਲੱਗੇ, ਉਹ ਬਾਘਿਆ, ਤੂੰ ਆਪਣੇ ਬੱਚਿਆਂ ਨੂੰ ਸਕੂਲ ਕਿਉਂ ਨਹੀਂ ਘੱਲਦਾ? ਮੈਂ ਵੀ ਉੱਥੇ ਖਲੋਤਾ, ਛੋਟਾ ਜਿਹਾ ਸੀ ਮੈਂ। ਕਹਿੰਦਾ, ਵੇਖ ਸਰਪੰਚਾ, ਤੂੰ ਸਰਪੰਚ ਆ, ਮੈਂ ਚੌਂਕੀਦਾਰ ਆ। ਤੂੰ ਮੈਨੂੰ ਜੋ ਹੋਰ ਹੁਕਮ ਕਰ, ਕਿਸੇ ਨੂੰ ਬੁਲਾਉਣਾ ਹੈ, ਕਿਸੇ ਨੂੰ ਕੋਈ ਚੀਜ਼ ਦੇ ਕੇ ਆਉਣੀ, ਲੈ ਕੇ ਆਉਣੀ, ਕੋਈ ਕਾਗਜ਼ ਪੱਤਰ, ਸਰਕਾਰੇ ਦਰਬਾਰੇ, ਸ਼ਹਿਰ, ਜਿੱਥੇ ਕਹਿ ਮੈਂ ਜਾਵਾਂਗਾ। ਪਰ ਮੈਂ ਇਹ ਗੱਲ ਤੇਰੀ ਨਹੀਂ ਮੰਨਣੀ ਕਿ ਮੈਂ ਬੱਚਿਆਂ ਨੂੰ ਸਕੂਲ ਭੇਜਾਂ। ਉਹ ਕਹਿੰਦਾ, ਵੀ ਕਿਉਂ? ਕਹਿੰਦਾ, ਮੇਰੇ ਪਿਓ ਨੇ ਮੈਨੂੰ ਨਹੀਂ ਸੀ ਭੇਜਿਆ, ਇਹਨਾਂ ਨੂੰ ਮੈਂ ਨਹੀਂ ਭੇਜਣਾ। ਮਤਲਬ ਜੇ ਸਾਨੂੰ ਕੋਈ ਬੰਦਾ ਇੱਜ਼ਤ ਨਾਲ ਨਹੀਂ ਬੁਲਾਉਂਦਾ ਤਾਂ ਅਸੀਂ ਸਹੁੰ ਖਾਧੀ ਹੈ ਵੀ ਅਸੀਂ ਦੂਜੇ ਨੂੰ ਇੱਜ਼ਤ ਨਾਲ ਨਹੀਂ ਬੁਲਾਉਣਾ। ਹਾਲਾਤ ਇਹ ਬਣ ਗਏ ਨੇ ਵੀ ਸਾਡੀ ਰਹੀ ਕੋਈ ਨਹੀਂ, ਦੂਜੇ ਦੀ ਰਹਿਣ ਨਹੀਂ ਦੇਣੀ ਅਸੀਂ। ਸਾਡੇ ਅੱਗੇ ਪਿੱਛੇ ਤੇ ਕੱਖ ਘਰ ਵਾਲੇ ਵੀ ਨਹੀਂ ਤੁਰਦੇ, ਅਸੀਂ ਕਹਿੰਦੇ ਇਹਦੇ ਪਿੱਛੇ ਕਿਉਂ ਕੋ ਤੁਰਦਾ? ਪਹਿਲਾਂ ਲੋਕ ਭਾਈ ਸਾਹਿਬ ਦੀ ਇੱਜ਼ਤ ਕਰਦੇ ਸੀ, ਗੁਰੂ ਕੇ ਕੀਰਤਨੀਆਂ ਦੇ ਲੋਕ ਹਾਰਮੋਨੀਅਮ ਚੁੱਕਦੇ ਸੀ। ਗੁਰੂ ਕੇ ਕੀਰਤਨੀਆਂ ਦਾ ਲੋਕ ਅਦਬ ਸਨਮਾਨ ਕਰਦੇ ਸੀ, ਆਪਣੇ ਘਰ ਲੈ ਕੇ ਜਾਂਦੇ ਸੀ। ਇਹ ਚੀਜ਼ ਇੰਗਲੈਂਡ ਵਿੱਚ ਨਹੀਂ ਮੈਂ ਵੇਖੀ, ਪਰ ਅਮਰੀਕਾ ਕੈਨੇਡਾ ਬੜੀ ਵੇਖੀ ਮੈਂ। ਤੁਸੀਂ ਪਾਰਕਿੰਗ ਲਾਟ 'ਚ ਘੁੰਮ ਰਹੇ ਹੋ, ਬੰਦਾ ਅੰਦਰ ਮੱਥਾ ਟੇਕਣ ਗਿਆ, ਵਾਪਸ ਆਇਆ, ਤੁਸੀਂ ਬੁਲਾਇਆ ਨਹੀਂ ਬੁਲਾਇਆ, ਉਹ ਜ਼ਰੂਰ ਬੁਲਾਏਗਾ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੋਂ ਆਏ ਹੋ ਦੇਸ਼ ਤੋਂ? ਮਹੀਨਾ ਹੋ ਗਿਆ ਜੀ। ਪਿੱਛੇ ਬਾਗ ਪਰਿਵਾਰ ਠੀਕ ਹੈ? ਹਾਂ ਬਿਲਕੁਲ ਠੀਕ ਹੈ। ਬਾਬਾ ਜੀ ਫਿਰ ਆਪਾਂ ਪੀਜ਼ਾ ਖਾਈਏ ਅੱਜ? ਫਿਰ ਨਹੀਂ ਭਾਈ, ਮੈਂ ਤੇ ਪ੍ਰਸ਼ਾਦਾ ਛਕ ਲਿਆ। ਚਲੋ ਫਿਰ ਬਾਬਾ ਜੀ, ਫਿਰ ਇੱਕ ਅੱਧੇ ਦਿਨ 'ਚ ਨਾ ਮੈਨੂੰ ਦੱਸਿਓ ਜੇ, ਫਿਰ ਆਪਾਂ ਕਹੋਗੇ ਤਾਂ ਮੈਂ ਇੱਥੇ ਲੈ ਆਊਂਗਾ, ਕਹੋਗੇ ਤਾਂ ਆਪਾਂ ਉੱਥੇ ਚੱਲਾਂਗੇ। ਲੋਕਾਂ ਨੂੰ ਚਾਅ ਹੈ ਵੀ ਇਹ ਸਾਨੂੰ ਬਾਣੀ ਸੁਣਾਉਂਦੇ ਨੇ, ਸਾਨੂੰ ਇਹ ਪਾਠ ਕਰਕੇ ਸੁਣਾਉਂਦੇ ਨੇ, ਸਾਨੂੰ ਸਿੱਖਿਆ ਦਿੰਦੇ ਨੇ। ਤੇ ਕਈ ਇੱਦਾਂ ਦੇ ਵੀ ਨੇ, ਬਾਬੇ ਤਾਂ ਕਹਿੰਦੇ ਵੀ ਤਰਵਰੇ ਖਾਂਦੇ ਨੇ। ਮੈਂ ਤਾਂ ਕਈ ਵਾਰੀ ਦੱਸਿਆ ਵੀ ਕਈ ਤਾਂ ਸਾਡੇ ਡੱਬੇ ਦੇ ਪੈਸੇ ਹੀ ਗਿਣ ਲੈਂਦੇ ਨੇ ਕਥਾ ਕਰਦਿਆਂ। ਉਹਨਾਂ ਦਾ ਕਥਾ ਵੱਲ ਧਿਆਨ ਨਹੀਂ ਹੁੰਦਾ, ਕਹਿੰਦੇ ਬਾਬੇ ਨੂੰ ਮਾਇਆ ਤੇ ਵਾਹਵਾ ਹੋ ਗਈ ਹੈ। ਇਹ ਸਾਰੀਆਂ ਗੱਲਾਂ ਉੱਥੋਂ ਤੁਰੀਆਂ ਨੇ ਜਦੋਂ ਸਾਡੇ ਆਪਣੇ ਪੱਲੇ ਕੁਝ ਨਹੀਂ ਰਿਹਾ। ਇਹ ਜ਼ਰੂਰ ਚੇਤਾ ਰੱਖਣਾ, ਤੁਸੀਂ ਕਿਸੇ ਨੂੰ ਉਹ ਚੀਜ਼ ਦੇ ਸਕਦੇ ਹੋ ਜਿਹੜੀ ਤੁਹਾਡੇ ਕੋਲ ਹੈ ਤੇ ਜਿਹੜੀ ਤੁਹਾਡੇ ਆਪਣੇ ਕੋਲ ਕੋਈ ਨਹੀਂ। ਪੈਸਾ ਤੁਹਾਡੇ ਕੋਲ ਹੋਏਗਾ, ਤੁਸੀਂ ਪੈਸਾ ਦੇ ਦਿਓਗੇ। ਤੁਹਾਡੇ ਆਪਣੇ ਕੋਲ ਇੱਜ਼ਤ ਹੋਏਗੀ, ਤੁਸੀਂ ਕਿਸੇ ਨੂੰ ਇੱਜ਼ਤ ਦੇ ਦਿਓਗੇ। ਤੇ ਜਦੋਂ ਤੁਹਾਡੇ ਕੋਲ ਆਪਣੇ ਕੋਲ ਬੇਇੱਜ਼ਤੀ ਹੈ ਤੇ ਤੁਸੀਂ ਅਗਲੇ ਨੂੰ ਬੇਇੱਜ਼ਤੀ ਦੇਣੀ ਹੈ। ਜਦੋਂ ਬੋਲੋਗੇ ਅਗਲੇ ਦੀ ਲਾਹ ਪਾ ਕਰਕੇ ਹੱਥ ਫੜਾ ਦਿਓਗੇ। ਮੇਰੇ ਗੁਰੂ ਨਾਨਕ ਨੇ ਰਾਜੇ ਸ਼ਿਵ ਨਾਭ ਦੀ ਪੂਜਾ ਕਰਵਾਈ ਹੈ, ਉਹਨੂੰ ਮੰਜੀ ਦਿੱਤੀ ਹੈ। ਆ ਫਿਰ ਸ਼ਬਦ ਇਹੀ ਆਇਆ ਹੈ, ਪੂਜਾ ਨਿਰਪਕੀ ਸ਼੍ਰੀ ਗੁਰ ਪਾਛੇ, ਸਰਬ ਦੇਸ਼ ਕਰਹੀ ਬਿਦ ਆਸ਼ੇ। ਸਾਰੇ ਦੇਸ਼ ਦੇ ਲੋਕਾਂ ਨੇ ਰਾਜੇ ਸ਼ਿਵ ਨਾਭ ਦੀ ਪੂਜਾ ਕੀਤੀ। ਇਹੋ ਜਿਹਾ ਰਾਜਾ ਮਿਲੇਗਾ ਜਿਹੜਾ ਮੰਨੈ ਤਰੈ ਤਾਰੇ ਗੁਰਸਿੱਖ। ਕੱਲਾ ਆਪ ਗੁਰੂ ਨਾਨਕ ਦੇ ਲੜ ਲੱਗਿਆ ਸੀ। ਜੇ ਚਾਹੁੰਦਾ ਤਾਂ ਕਹਿੰਦਾ, ਗੁਰੂ ਨਾਨਕ ਜੀ ਮੈਨੂੰ ਸਿੱਖੀ ਦੇ ਦਿਓ, ਮਰਨ ਦਿਓ ਪਰਾਂ ਪਰਜਾ ਨੂੰ, ਭੋਗਣ ਦਿਓ ਨਰਕ ਇਹਨਾਂ ਨੂੰ। ਨਹੀਂ, ਉਹਨੇ ਸਾਰੀ ਪਰਜਾ ਨੂੰ ਗੁਰੂ ਨਾਨਕ ਦੀ ਸਿੱਖੀ ਦੇ ਨਾਲ ਜੋੜਿਆ। ਉਹਨੇ ਸਭ ਦੇ ਭਲੇ ਵਾਸਤੇ ਜਦੋਂ ਯਤਨ ਕੀਤਾ ਤੇ ਦੁਨੀਆ ਨੇ ਉਹਦੀ ਪੂਜਾ ਕੀਤੀ। ਹਾਂਜੀ, ਬਰ ਪਾਵੈ ਜੋ ਜਿਹ ਮਨ ਭਾਵਾ, ਕਰੇ ਸਦਾ ਸਤ ਸੰਗ ਸੁਹਾਵਾ। ਜਿਹੜੇ ਉਸ ਧਰਮਸ਼ਾਲਾ ਵਿੱਚ ਆ ਕੇ ਸਤਸੰਗ ਕਰਦੇ ਨੇ ਉਹਨਾਂ ਨੂੰ ਹਰ ਵਰ ਮਿਲਦਾ ਹੈ।
ਤੁਸੀਂ ਗੁਰਦੁਆਰੇ ਆਓਗੇ, ਤੁਸੀਂ ਪਾਠ ਕਰੋਗੇ, ਤੁਸੀਂ ਕਥਾ ਕੀਰਤਨ ਸੁਣੋਗੇ, ਸੇਵਾ ਕਰੋਗੇ, ਜੋ ਕਹੋਗੇ ਤੁਹਾਨੂੰ ਮਿਲ ਜਾਏਗਾ। ਬਸ਼ਰਤ ਇੱਥੇ ਆ ਕੇ ਯੂਨੀਅਨ ਨਹੀਂ ਬਣਾਉਣੀ, ਇੱਥੇ ਆ ਕੇ ਟੋਲੇ ਨਹੀਂ ਬਣਾਉਣੇ, ਇੱਥੇ ਆ ਕੇ ਵੀ ਆਪਣੇ ਆਪ ਨੂੰ ਇੱਕ ਨਵਾਂ ਇੱਕ ਜਥਾ ਬਣਾ ਕੇ ਚੱਲਣ ਦੀ ਕੋਸ਼ਿਸ਼ ਨਹੀਂ ਕਰਨੀ। ਇੱਥੇ ਆਉਣ ਦਾ ਤਰੀਕਾ ਤੁਹਾਨੂੰ ਭੱਟ ਕੀਰਤ ਨੇ ਦੱਸਿਆ ਹੈ। ਜਦੋਂ ਗੁਰਦੁਆਰੇ ਨੂੰ ਤੁਰਨਾ ਹੈ, ਪਹਿਲੀ ਗੱਲ ਇਹ ਹੈ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ। ਇੱਥੇ ਗੁਰਦੁਆਰੇ ਆ ਕੇ ਰਾਗੀ ਆ ਕਰਦੇ ਨੇ, ਸੇਵਾਦਾਰ ਆ ਕਰਦੇ ਨੇ, ਪ੍ਰਬੰਧਕ ਆ ਕਰਦੇ ਨੇ, ਗ੍ਰੰਥੀ ਆ ਕਰਦੇ ਨੇ। ਉਹਨੂੰ ਪੁੱਛੋ ਤੂੰ ਤੇ ਕੁਝ ਨਹੀਂ ਕਰਦਾ। ਇੱਕ ਵਾਰੀ ਨਾ ਇੱਕ ਇੰਗਲੈਂਡ ਬੀਬੀ, ਉਹ ਜੀ ਹਰ ਕਥਾਵਾਚਕ ਨੂੰ, ਹਰ ਰਾਗੀ ਸਿੰਘ ਨੂੰ, ਹਰ ਗੁਰਦੁਆਰੇ ਦੇ ਸੇਵਾਦਾਰ ਨੂੰ ਬੜਾ ਹੀ ਤੰਗ ਕਰੇ। ਮੈਂ ਜਦੋਂ ਗਿਆ ਤੇ ਮੈਂ ਵੇਖਿਆ ਉਹਦਾ ਰਵੱਈਆ। ਉਹ ਕੇਸਰੀ ਜੀ ਚੁੰਨੀ ਲੈ ਕੇ ਰੱਖੇ ਸਾਊਥ ਹਾਲ ਗੁਰਦੁਆਰੇ, ਪਾਰਕ ਐਵੀਨਿਊ। ਉਹ ਤੇ ਐ ਸੀ ਜਿਵੇਂ ਕਿਤੇ ਗਵਰਨਰ ਥਾਪੀ ਹੁੰਦੀ ਹੈ। ਤਾਂ ਮੈਂ ਇੱਕ ਦਿਨ ਕਿਸੇ ਨੂੰ ਪੁੱਛਿਆ, ਮੈਂ ਕਿਹਾ ਵੀ ਇਹ ਕੌਣ ਹੈ ਮਾਈ? ਕਹਿੰਦਾ ਇਹਦੀਆਂ ਤਿੰਨੇ ਕੁੜੀਆਂ ਘਰੋਂ ਚਲੇ ਗਈਆਂ ਨੇ, ਤੇ ਤਿੰਨਾਂ ਹੀ ਕੁੜੀਆਂ ਨੇ ਕਿਸੇ ਸਿੱਖ ਬੱਚੇ ਨਾਲ ਵਿਆਹ ਨਹੀਂ ਕੀਤਾ। ਤੇ ਕੀ ਸਾਨੂੰ ਲੱਜਾ ਨਹੀਂ ਆਉਣੀ ਚਾਹੀਦੀ ਕਿ ਅਸੀਂ ਘਰ ਜੰਮੇ ਬੱਚੇ ਨਹੀਂ ਸੰਭਾਲ ਸਕੇ? ਜਿੰਨਾ ਜ਼ੋਰ ਗੁਰਦੁਆਰੇ ਤੇ ਜਾ ਕੇ ਆਪਾਂ ਲਾ ਰਹੇ ਹਾਂ, ਜੇ ਉਹਨਾਂ ਜ਼ੋਰ ਕਿਤੇ ਘਰ ਬੱਚਿਆਂ ਦੀ ਪੜ੍ਹਾਈ ਤੇ ਲਾਇਆ ਹੁੰਦਾ, ਬੱਚਿਆਂ ਦੇ ਸੰਸਕਾਰਾਂ ਤੇ ਲਾਇਆ ਹੁੰਦਾ, ਮਤਲਬ ਜ਼ਰੂਰੀ ਹੈ 12 ਘੰਟੇ ਗੁਰਦੁਆਰੇ ਜਾ ਕੇ ਰਹਿਣਾ? ਜੇ ਉਹੀ 12 ਘੰਟੇ ਬੱਚਿਆਂ ਦੇ ਨਾਲ ਕਿਤੇ ਟਾਈਮ ਸਪੈਂਡ ਕੀਤਾ ਹੁੰਦਾ, ਕਦੇ ਨਹੀਂ ਹੋ ਸਕਦਾ ਸੀ ਬੱਚੇ ਤੁਹਾਡੇ ਤੋਂ ਬਾਹਰ ਚਲੇ ਜਾਂਦੇ। ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਬੱਚੇ ਤੁਹਾਨੂੰ ਛੱਡ ਸਕਦੇ। ਇਸ ਕਰਕੇ ਮੈਂ ਹਰ ਇੱਕ ਨੂੰ ਬੇਨਤੀ ਕਰਦਾ ਹੁੰਨਾ ਕਿ ਭਾਈ ਦੁਨੀਆ ਦੇ ਮੰਜਿਆਂ ਤੇ ਸੋਟੀ ਮਾਰਨ ਨਾਲੋਂ ਚੰਗਾ ਹੈ ਆਪਣੀ ਪੀੜ੍ਹੀ ਥੱਲੇ ਸੋਟੀ ਮਾਰ ਲਈਏ। ਆਪਾਂ ਆਪਣਾ ਆਪਣਾ ਘਰ ਸੰਭਾਲ ਲਈਏ, ਆਪਣਾ ਆਪਣਾ ਪਰਿਵਾਰ ਸੰਭਾਲ ਲਈਏ। ਜੇ ਛੋਟੀ ਛੋਟੀ ਆਪਣੀ ਜ਼ਿੰਮੇਵਾਰੀ ਸੰਭਾਲ ਲਵਾਂਗੇ, ਸਾਰੀ ਕੌਮ ਦੀ ਚੜ੍ਹਦੀ ਕਲਾ ਹੋ ਜਾਏਗੀ ਭਾਈ। ਪਰ ਦੂਜਿਆਂ 'ਚ ਹੀ ਨੁਕਸ ਕੱਢੀ ਜਾਣਾ, ਦੂਜਿਆਂ ਨੂੰ ਹੀ ਮਾੜਾ ਬੋਲੀ ਜਾਣਾ। ਔਰ ਇਹ ਗੱਲ ਤੁਸੀਂ ਨੋਟ ਵੀ ਕਰਿਓ ਜੀ, ਜਿੰਨਾ ਬੰਦਾ ਧਰਮ ਦੇ ਘਰ ਵਿੱਚ ਜ਼ਿਆਦਾ ਖਰੂਦ ਪਾਏਗਾ, ਤੁਸੀਂ ਉਹਦੀ ਫੈਮਿਲੀ ਹਿਸਟਰੀ ਪੜ੍ਹਿਓ, ਬਿਲਕੁਲ ਨਿਲ ਨਿਕਲੇਗੀ, ਜ਼ੀਰੋ, ਕੱਖ ਨਹੀਂ ਹੋਏਗਾ ਉਹਦੇ ਘਰ ਦੇ ਵਿੱਚ। ਨਲਾਇਕ ਬੱਚੇ ਹੋਣਗੇ, ਭੰਗ ਭੁੱਜਦੀ ਹੋਏਗੀ, ਕਿਉਂਕਿ ਸਰਾਫ ਵੀ ਤੇ ਲੱਗਣਾ ਹੈ ਨਾ। ਅਗਰ ਤੁਸੀਂ ਰੱਬ ਦੇ ਘਰ ਵਿੱਚ, ਧਰਮ ਦੇ ਘਰ ਵਿੱਚ ਆ ਕੇ ਖਰੂਦ ਪਾਓਗੇ ਤੇ ਇਹ ਕੀ ਸੋਚਦੇ ਇਹਦਾ ਪਾਪ ਨਹੀਂ ਲੱਗੇਗਾ? ਤੇ ਇਹਦੇ ਪਾਪ ਦਾ ਮਤਲਬ ਕੀ ਗੁਆਂਢੀਆਂ ਦਾ ਘਰ ਢਹਿ ਜਾਏਗਾ? ਨਹੀਂ, ਆਪਣਾ ਹੀ ਢਵੇਗਾ। ਗੁਆਂਢੀਆਂ ਦੇ ਪਰਿਵਾਰ ਦਾ ਨੁਕਸਾਨ ਨਹੀਂ ਹੋਏਗਾ, ਸਾਡਿਆਂ ਦਾ ਹੀ ਹੋਏਗਾ। ਮੈਂ ਤੇ 1000 ਵਾਰੀ ਬੇਨਤੀ ਕੀਤੀ। ਮੇਰੀ ਮਾਂ ਕਹਿੰਦੀ ਹੁੰਦੀ ਸੀ, ਪਰਮਾਤਮਾ ਸਰਬੱਤ ਦਾ ਭਲਾ ਕਰੀ। ਬਿਲਕੁਲ ਅਨਪੜ੍ਹ ਸੀ ਮੇਰੀ ਮਾਂ, ਅੰਗੂਠਾ ਲਾਉਂਦੀ ਸੀ। ਤੇ ਇੱਕ ਗੱਲ ਕਹਿਣੀ, ਕਿਸੇ ਦੇ ਪੈਰਾਂ ਪਿੱਛੇ ਮੇਰੇ ਬੱਚਿਆਂ ਦਾ ਵੀ ਭਲਾ ਕਰੀ। ਇਹ ਮੇਰੀ ਮਾਂ ਦੀ ਅਰਦਾਸ ਹੈ। ਮੈਨੂੰ ਨਹੀਂ ਲੱਗਦਾ ਉਹਨੂੰ 10 ਗੁਰੂਆਂ ਦੇ ਨਾਂ ਵੀ ਆਉਂਦੇ ਹੋਣਗੇ, ਮੈਨੂੰ ਨਹੀਂ ਪਤਾ। ਮੈਂ ਬਿਲਕੁਲ ਨਹੀਂ ਕਹਿ ਸਕਦਾ ਦਾਅਵੇ ਨਾਲ ਕਿ ਮੇਰੀ ਮਾਂ ਨੂੰ ਤੇ 10 ਗੁਰੂਆਂ ਦੇ ਨਾਂ ਵੀ ਆਉਂਦੇ ਸੀ, ਸੁਖਮਣੀ ਸਾਹਿਬ ਵੀ ਆਉਂਦਾ ਸੀ, ਨਾ। ਪਰ ਮੈਨੂੰ ਇੰਨਾ ਪਤਾ ਕਿ ਮੇਰੀ ਮਾਂ ਧਰਮੀ ਸੀ। ਤੇ ਹਮੇਸ਼ਾ ਇੱਕੋ ਹੀ ਗੱਲ ਕਹਿਣੀ, ਪਰਮਾਤਮਾ ਸਭ ਦਾ ਭਲਾ ਕਰੀ ਤੇ ਕਿਸੇ ਦੇ ਪੈਰਾਂ ਪਿੱਛੇ, ਵੇਖੋ ਕਹਿਣ ਵਰਡ ਕੀ ਸੀ, ਮੇਰੇ ਬੱਚਿਆਂ ਦਾ ਵੀ ਭਲਾ ਕਰੀ। ਜੇ ਅਸੀਂ ਆਪਣੀ ਸੁੱਖ ਮੰਗਣੀ ਹੈ ਤਾਂ ਫਿਰ ਇੱਕੋ ਹੀ ਪਾਠ ਸਿੱਖ ਲਓ ਕਿ ਕਰ ਭਲਾ ਸੋ ਹੋ ਭਲਾ, ਅੰਤ ਭਲੇ ਕਾ ਭਲਾ। ਇਹ ਗੁਰਬਾਣੀ ਨਹੀਂ ਹੈ, ਇਹ ਸਾਡੇ ਬਜ਼ੁਰਗਾਂ ਦਾ ਤੱਤ ਹੈ, ਇਹ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਦਾ ਨਿਚੋੜ ਹੈ। ਜੇ ਆਪਣੇ ਘਰ ਵਿੱਚ ਸੁੱਖ ਚਾਹੁੰਦੇ ਹੋ, ਕਦੇ ਕਿਸੇ ਦੇ ਘਰ ਵਿੱਚ ਪਵਾੜਾ ਨਾ ਪਾਇਓ ਜੇ। ਜੇ ਆਪਣੀ ਜ਼ਿੰਦਗੀ ਵਿੱਚ ਸੁੱਖ ਚਾਹੁੰਦੇ ਹੋ, ਕਦੇ ਕਿਸੇ ਦੀ ਜ਼ਿੰਦਗੀ 'ਚ ਅੱਗ ਬਾਲਣ ਦੀ ਕੋਸ਼ਿਸ਼ ਨਾ ਕਰਿਓ ਜੇ।
ਧਰਮ ਦਾ ਮਤਲਬ ਇਹਨੇ ਨਹੀਂ ਵੀ ਮੱਥਾ ਟੇਕ ਲਿਆ ਜੀ, ਨੱਕ ਰਗੜ ਲਿਆ ਜੀ ਤੇ ਮੁੜ ਕੇ ਯੂਨੀਅਨ ਬਣਾ ਲਈ ਨਾ। ਗੁਰੂ ਨਾਨਕ ਦੇ ਪਿਤਾ ਨੇ ਰਾਜੇ ਸ਼ਿਵਨਾਭ ਦੀ ਪੂਜਾ ਕਰਾਈ ਹੈ ਤੇ ਸਮਾਂ ਇਹੋ ਜਿਹਾ ਬਣ ਗਿਆ ਕਿ ਉਸ ਧਰਮਸ਼ਾਲਾ ਵਿੱਚ ਆ ਕੇ ਜਿਹੜੇ ਪਾਠ ਕਰਦੇ ਸੀ, ਫਿਰ ਕੀ ਹੁੰਦਾ ਸੀ, ਬਰ ਪਾਵੇਂ ਜੋ ਜਿਹ ਮਨ ਭਾਵਾ ਕਰੇ ਸਦਾ ਸਤ ਸੰਗ ਸੁਹਾਵਾ। ਜਿਨ੍ਹਾਂ ਨੇ ਉਸ ਸੋਹਣੇ ਸਤਸੰਗ ਵਿੱਚ ਹਾਜ਼ਰੀਆਂ ਭਰੀਆਂ, ਉਹਨਾਂ ਨੇ ਜੋ ਮੰਗਿਆ ਉਹਨਾਂ ਨੂੰ ਮਿਲ ਗਿਆ, ਜੋ ਇੱਛਾ ਕੀਤੀ ਉਹਨਾਂ ਦੀ ਪੂਰੀ ਹੋ ਗਈ। ਹਾਂਜੀ। ਦੇਸ਼ ਤਿਸि ਜਗ ਤੇਸ਼ ਗਏ, ਜਹ ਅੰਗਨਾ ਰਾਜ ਕਰੇ ਪੁਰ ਮਾਹੇ। ਹੁਣ ਗੁਰੂ ਨਾਨਕ ਦੇ ਪਿਤਾ ਮਹਾਰਾਜ ਉਥੋਂ ਅਗਲੇ ਦੇਸ਼ ਗਏ ਨੇ। ਕਿੱਥੇ ਗਏ ਨੇ? ਕਹਿੰਦੇ ਜਿਸ ਦੇਸ਼ ਦੀ ਰਾਜਾ ਇਸਤਰੀ ਸੀ, ਸੰਗਲਾ ਦੀਪ ਤੋਂ ਤੁਰੇ ਸਤਿਗੁਰੂ ਉਸ ਦੇਸ਼ ਗਏ ਜਿਸ ਦੇਸ਼ ਦੇ ਉੱਤੇ ਰਾਜ ਕੋਈ ਔਰਤ ਕਰਦੀ ਸੀ, ਕੋਈ ਤ੍ਰੀਮਤ, ਕੋਈ ਇਸਤਰੀ ਕਰਦੀ ਸੀ। ਹਾਂਜੀ। ਮੈਂ ਮਰਦਾਨਾ ਦੋ ਪਛਾਤ, ਚੱਲੇ ਗੁਰ ਨਾਨਕ ਆਗੇ ਸੋ ਜਾਹੇ। ਭਾਈ ਬਾਲਾ ਕਹਿੰਦੇ ਨੇ ਕਿ ਮੈਂ ਤੇ ਭਾਈ ਮਰਦਾਨਾ ਮਗਰ ਮਗਰ, ਜਗਤ ਈਸ਼ਵਰ ਗੁਰੂ ਨਾਨਕ ਦੇ ਪਿਤਾ ਜੀ ਅੱਗੇ ਅੱਗੇ ਚੱਲਦੇ ਨੇ। ਹਾਂਜੀ। ਦੰਬਨ ਸਾਵਨ ਨਾਮ ਜਪਾਵਨ, ਜਾਵਨ ਕਾਰਨ ਆਨ ਕੋ ਨਾਹੀ। ਦੰਭ ਨਿਸਾਵਣ ਨਾਮ ਜਪਾਵਣ, ਜਾਵਣ ਕਾਰਨ ਆਣ ਕੋ ਨਾਹੀ। ਗੁਰੂ ਨਾਨਕ ਦੇ ਪਿਤਾ ਜੀ ਦੇ ਭਰਮਣ ਦਾ, ਗੁਰੂ ਨਾਨਕ ਦੇ ਪਿਤਾ ਜੀ ਦੇ ਉਸ ਦੇਸ਼ ਜਾਣ ਦਾ ਸਿਰਫ ਇੱਕੋ ਹੀ ਕਾਰਨ ਸੀ, ਨਾਮ ਜਪਾਉਣਾ। ਲੋਕਾਂ ਨੂੰ ਪਖੰਡ ਵਿੱਚੋਂ, ਕਰਮ ਕਾਂਡਾਂ ਵਿੱਚੋਂ, ਦੰਭ ਵਿੱਚੋਂ, ਕਰਮ ਕਾਂਡਾਂ ਦੇ ਵਿੱਚੋਂ ਬਾਹਰ ਕੱਢਣਾ। ਹਾਂਜੀ। ਪਾਵਕ ਸਾਗਰ ਹੈਰ ਅਗਾਹ, ਕੀਓ ਹਰ ਕੀਰਤ ਸੇਤ ਸੋ ਤਾਹੀ। ਸਤਿਗੁਰੂ ਜੀ ਨੇ ਵੇਖਿਆ ਕਿ ਇਹ ਸੰਸਾਰ ਅੱਗ ਦਾ ਸਮੁੰਦਰ ਬਣ ਚੁੱਕਿਆ ਹੈ। ਸਤਿਗੁਰੂ ਜੀ ਨੇ ਇਹਦੇ ਉੱਤੇ ਨਾਮ ਦੇ ਪੁਲ ਪਾ ਦਿੱਤੇ ਕਿ ਭਾਈ ਇਹਨਾਂ ਪੁਲਾਂ ਤੋਂ ਇਹ ਸਮੁੰਦਰ ਤੁਸੀਂ ਪਾਰ ਕਰ ਸਕਦੇ ਹੋ, ਇਹ ਨਦੀਆਂ, ਇਹ ਦਰਿਆ ਤੁਸੀਂ ਉਲੰਘ ਸਕਦੇ ਹੋ। ਹਾਂਜੀ। ਪੁਰ ਹੋ ਤੋ ਪੁਰ ਨਾਰ ਨਰੇਸ਼ਨ, ਤਾਹੀ ਕੇ ਮਦ ਗਏ ਗਤ ਦਾਨੀ। ਇਸ ਦੇਸ਼ ਦੀ ਉਸ ਨਗਰੀ ਵਿੱਚ, ਜਿਹੜੀ ਨਗਰੀ ਇਸਤਰੀ ਪੁਰਖਾਂ ਨਾਲ ਭਰੀ ਹੋਈ ਹੈ, ਔਰ ਉਸ ਨਗਰ ਦੇ ਵੀ ਬਿਲਕੁਲ ਵਿਚਕਾਰ ਗੁਰੂ ਨਾਨਕ ਦੇ ਪਿਤਾ ਮਹਾਰਾਜ ਪਹੁੰਚੇ ਨੇ। ਹਾਂਜੀ। ਬੀਥ ਕਾਹੇਰ ਬਰੇ ਬਿਪਨੀ ਪੁਨ, ਆਪਨ ਭਾਂਤ ਅਨੇਕ ਨ ਠਾਨੀ। ਸਤਿਗੁਰੂ ਜੀ ਬਾਜ਼ਾਰਾਂ ਦੇ ਵਿੱਚੋਂ ਦੀ, ਗਲੀਆਂ ਦੇ ਵਿੱਚੋਂ ਦੀ ਲੰਘ ਰਹੇ ਨੇ, ਜਿੱਥੇ ਅਨੇਕ ਪ੍ਰਕਾਰ ਦੀਆਂ ਦੁਕਾਨਾਂ ਵੀ ਨੇ, ਹੱਟੀਆਂ ਬਣੀਆਂ ਹੋਈਆਂ ਨੇ। ਹਾਂਜੀ। ਬੈਨ ਫਾਨੇ ਮਰਦਾਨੇ ਤਬੈ, ਮੁਝ ਆਇਸ ਦੇਹੋ ਪੀਵੋ ਕਿਤ ਪਾਣੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਜੀ ਜੇ ਤੁਸੀਂ ਆਗਿਆ ਦਿਓ ਤੇ ਮੈਂ ਪਾਣੀ ਪੀ ਲਵਾਂ, ਪਿਆਸ ਬੜੀ ਲੱਗੀ ਹੈ। ਹੁਣ ਇਹ ਕੀ ਹੈ? ਇਹ ਗੁਰੂ ਨਾਨਕ ਦੀ ਮਾਇਆ। ਪੁੱਛੋ ਵੀ ਇੰਨੀ ਦੂਰੋਂ ਤੁਰਿਆ ਆਇਆ ਮਰਦਾਨਿਆ, ਤੈਨੂੰ ਪਿਆਸ ਨਹੀਂ ਲੱਗੀ? ਹੁਣ ਕਿਵੇਂ ਇੱਕਦਮ ਲੱਗ ਗਈ? ਅਸਲ ਸਤਿਗੁਰੂ ਜੀ ਦੀ ਮਾਇਆ ਹੀ ਐਸੀ ਸੀ। ਹੁਣ ਇੱਥੇ ਸਤਿਗੁਰੂ ਜੀ ਨੇ ਇੱਕ ਕੌਤਕ ਰਚਨਾ ਹੈ ਤੇ ਬਹਾਨਾ ਕੀ ਬਣਿਆ? ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਮੈਨੂੰ ਤੇ ਤ੍ਰੇਹ ਬੜੀ ਲੱਗੀ ਹੈ, ਆਗਿਆ ਦਿਓ ਮੈਂ ਪਾਣੀ ਪੀ ਲਵਾਂ। ਹਾਂਜੀ। ਲਾਗ ਪੇ ਪਾਸ ਰਹੇ ਮੁਖ ਸੁਕਤ, ਆਪ ਚਲੋ ਰਲ ਜਾਓ ਸੰਗਾਨੇ। ਕਹਿਣ ਲੱਗਾ ਜੀ ਮੂੰਹ ਸੁੱਕੀ ਜਾਂਦਾ ਹੈ, ਗਲਾ ਸੁੱਕੀ ਜਾਂਦਾ ਹੈ, ਜੇ ਤੁਸੀਂ ਆਗਿਆ ਦਿਓ ਤੇ ਮੈਂ ਪਾਣੀ ਪੀ ਕੇ ਆਇਆ ਤੇ ਤੁਸੀਂ ਚੱਲੋ ਅੱਗੇ, ਮੈਂ ਮਗਰ ਰਲ ਜਾਣਾ ਤੁਹਾਡੇ ਨਾਲ। ਸਤਿਗੁਰੂ ਬੜੇ ਸਹਿਜ ਵਿੱਚ ਤੁਰਦੇ ਸੀ ਤੇ ਭਾਈ ਮਰਦਾਨਾ ਕਹਿਣ ਲੱਗਾ ਜੀ ਮੈਂ ਮਗਰੋਂ ਰਲ ਪਵਾਂਗਾ ਤੁਹਾਨੂੰ। ਹਾਂਜੀ। ਇਹ ਬੇਦ ਬਦ ਕਰ ਬਦਨ ਤੇ, ਲੈ ਦੁਖ ਕਦਨ ਰਜਾਏ। ਇਉਂ ਜਦੋਂ ਭਾਈ ਮਰਦਾਨੇ ਨੇ ਕਿਹਾ, ਗੁਰੂ ਨਾਨਕ ਦੇ ਪਿਤਾ ਜੀ ਕਹਿਣ ਲੱਗੇ, ਚੰਗਾ ਭਾਈ ਤੂੰ ਪਾਣੀ ਪੀ ਲੈ। ਆਗਿਆ ਦੇ ਦਿੱਤੀ। ਕਹਿਣ ਲੱਗੇ ਠੀਕ ਹੈ ਪਾਣੀ ਪੀ ਕੇ ਆ ਜਾਵੀਂ ਤੂੰ।
ਹਾਂਜੀ। ਗਇਓ ਸੰਗ ਤਜ ਸਦਨ ਇੱਕ, ਜਾਚਿਓ ਜਲ ਮੁਝ ਪਿਆਏ। ਸਤਿਗੁਰੂ ਜੀ ਤੋਂ ਵਿਛੜ ਕੇ ਪਿੱਛੇ ਹੋ ਕੇ ਇੱਕ ਗਲੀ ਵਿੱਚ ਭਾਈ ਮਰਦਾਨਾ ਜੀ ਵੜੇ, ਅੱਗੇ ਇੱਕ ਘਰ ਵੇਖਿਆ, ਘਰ ਵਾਲਿਆਂ ਤੋਂ ਪਾਣੀ ਮੰਗਿਆ, ਕਹਿਣ ਲੱਗੇ ਬਈ ਪਾਣੀ ਪੀਣਾ, ਦਿਓ ਪਾਣੀ ਮੈਨੂੰ। ਹਾਂਜੀ। ਇੱਕ ਤੀਹ ਤੇ ਤਿੰਨ ਬੋਲ ਲਿਓ, ਤੁਮ ਅੰਤਰ ਆਨ ਕਰੋ ਜਲ ਪਾਨਾ। ਉੱਥੇ ਇੱਕ ਔਰਤ ਨੇ ਵੇਖਿਆ, ਕਹਿਣ ਲੱਗੀ ਭਾਈ ਤੂੰ ਪਾਣੀ ਪੀਣਾ ਹੈ? ਕਹਿਣ ਲੱਗੇ ਹਾਂਜੀ। ਕਹਿੰਦੇ ਫਿਰ ਅੰਦਰ ਆ ਕੇ ਪੀ ਲਓ, ਵੀ ਆ ਜਾਓ ਅੰਦਰ, ਵਿਹੜੇ 'ਚ ਆ ਜਾਓ, ਆ ਕੇ ਪਾਣੀ ਪੀ ਲਓ। ਹਾਂਜੀ। ਕਿਤ ਦੇਸ਼ ਰਹਿਓ ਕਿਤ ਜਾਵੋਗੇ, ਨਿਜ ਨਾਮ ਬਤਾਵੋ ਭਾਖ ਸੋ ਜਾਨਾ। ਉਹ ਬੀਬੀ ਨੇ ਭਾਈ ਮਰਦਾਨੇ ਨੂੰ ਗੱਲੀ ਲਾ ਲਿਆ, ਤੁਸੀਂ ਆਏ ਕਿੱਥੋਂ ਜੀ, ਤੁਸੀਂ ਚੱਲੇ ਕਿੱਥੋਂ ਜੀ, ਤੁਹਾਡਾ ਨਾਂ ਕੀ ਹੈ ਜੀ। ਉਹਨੇ 5-7 ਸਵਾਲ ਜਿਹੜੇ ਆਮ ਅਸੀਂ ਪੁੱਛਦੇ ਹੀ ਹਾਂ, ਉਹਨੇ ਭਾਈ ਮਰਦਾਨੇ ਜੀ ਨੂੰ ਪੁੱਛ ਲਏ। ਕਿਤ ਦੇਸ਼ ਰਹੋ ਕਿਤ ਜਾਵੋਗੇ, ਨਿਜ ਨਾਮ ਬਤਾਵੋ ਭਾਖ ਸੁਜਾਨਾ। ਹਾਂਜੀ। ਤਵ ਰੂਪਯ ਪੂਰਬ ਹੇਰਤ ਹਉ, ਇਵ ਬੈਨ ਫਨੇ ਪੁਨ ਤਾਸਨ ਮਾਨਾ। ਉਹ ਔਰਤ ਕਹਿਣ ਲੱਗੀ ਵੀ ਤੁਹਾਡੇ ਵਰਗਾ ਬੰਦਾ ਮੈਂ ਕਦੇ ਪਹਿਲਾਂ ਨਹੀਂ ਵੇਖਿਆ, ਨਾ ਤੁਹਾਡੇ ਵਰਗੇ ਪਾਏ ਕੱਪੜੇ ਵੇਖੇ, ਕਿਉਂਕਿ ਅਸੀਂ ਇੱਕ ਗੱਲ ਤੇ ਸੁਣੀ ਹੈ ਕਿ 12 ਕੋਸ ਤੋਂ ਬਾਅਦ ਪਾਣੀ ਤੇ ਬਾਣੀ ਬਦਲ ਜਾਂਦਾ ਹੈ। ਬਾਣੀ ਬੋਲੀ ਬਦਲ ਜਾਂਦੀ, ਬੋਲੀ ਦਾ ਤਰੀਕਾ ਬਦਲ ਜਾਂਦਾ, ਪਾਣੀ ਦੀ ਤਸੀਰ ਬਦਲ ਜਾਂਦੀ ਹੈ। 12 ਕੋਸ ਤੋਂ ਬਾਅਦ ਪਾਣੀ ਤੇ ਬਾਣੀ ਇਹ ਬਦਲ ਜਾਂਦੀ ਹੈ। ਬਾਣੀ ਤੇ ਪਾਣੀ ਵਿੱਚ ਬਦਲਾਓ ਆ ਜਾਂਦਾ ਹੈ। ਪਰ ਉੱਥੇ ਅਗਲੀ ਵੀ ਗੱਲ ਸੁਣੀ ਅਸੀਂ, ਹਰ ਦੇਸ਼ ਦਾ ਭੇਸ ਵੱਖਰਾ ਹੈ, ਪਹਿਰਾਵਾ ਵੱਖਰਾ ਹੈ। ਹੁਣ ਉਹ ਔਰਤ ਪੁੱਛਦੀ ਹੈ ਵੀ ਤੂੰ ਕਿਹੜੇ ਦੇਸ਼ ਤੋਂ ਆਇਆ? ਤਵ ਰੂਪ ਅਨੂਪ ਹੇਰਤ ਹਾਂ ਇਵ ਬੈਣ ਭਨੇ ਪੁਨ ਤਾਸਨ ਮਾਨਾ। ਭਾਈ ਮਰਦਾਨੇ ਨੂੰ ਲੱਗਾ ਵੀ ਸ਼ਾਇਦ ਇਹ ਭੂਆ ਦੀ ਕੁੜੀ ਹੈ, ਇਹਨੇ ਤਾਂ ਸਾਰੀਆਂ ਹੀ ਗੱਲਾਂ ਪੁੱਛ ਲਈਆਂ ਮੈਨੂੰ, ਇਹ ਤਾਂ ਕੋਈ ਆਪਣੀ ਭੈਣ ਬੀਬੀ ਹੈ ਕੋਈ। ਉਹਨੇ ਇੰਨੀ ਆਪਣੱਤ ਦੇ ਵਿੱਚ ਗੱਲਾਂ ਕੀਤੀਆਂ ਵੀ ਭਾਈ ਮਰਦਾਨੇ ਨੂੰ ਕਿਹਾ ਆਓ ਜੀ ਅੰਦਰ ਆਓ ਜੀ, ਪਾਣੀ ਪੀਓ ਜੀ। ਹਾਂਜੀ। ਸੁਣਿਓ ਇਹ ਅੰਤਰ ਜਾਤ ਭਇਓ, ਤਹ ਬੈਸ ਗਇਓ ਮਚ ਪੈ ਮਰਦਾਨਾ। ਇਹ ਸੁਣ ਕੇ ਭਾਈ ਮਰਦਾਨਾ ਤੇ ਮੰਜੀ ਤੇ ਚੌੜਾ ਹੋ ਕੇ ਬਹਿ ਗਿਆ। ਉਹਨੇ ਸੋਚਿਆ ਵੀ ਕਮਾਲ, ਐਸੀ ਮਹਿਮਾਨ ਨਵਾਜੀ ਤੇ ਕਿਤੇ ਵੇਖੀ ਨਹੀਂ ਵੀ ਪਾਣੀ ਪੀਣ ਆਏ ਨੂੰ ਸਾਰੀ ਸੁੱਖ ਪੁੱਛੀ ਜਾਵੇ। ਭਾਈ ਮਰਦਾਨਾ ਜੀ ਉਸ ਬੀਬੀ ਦੇ, ਉਸ ਇਸਤਰੀ ਦੇ ਘਰ ਪਲੰਘ ਦੇ ਉੱਪਰ, ਮੰਜੀ ਦੇ ਉੱਪਰ ਬੈਠ ਗਏ। ਹਾਂਜੀ। ਦੇਸ਼ ਪੰਜਾਬ ਲਖੋ ਧਰ ਦੂਰ ਸੋ, ਨਾਮ ਹਮਾਰ ਇਹ ਮਰਦਾਨਾ। ਹੁਣ ਆਪਣਾ ਐਡਰੈਸ ਵੀ ਦੇਣਾ ਸ਼ੁਰੂ ਕਰ ਦਿੱਤਾ। ਮੇਰਾ ਦੇਸ਼ ਪੰਜਾਬ ਹੈ ਜੀ, ਅਸੀਂ ਤਲਵੰਡੀ ਤੋਂ ਆਏ ਹਾਂ ਜੀ, ਮੇਰਾ ਨਾਮ ਮਰਦਾਨਾ ਹੈ ਜੀ। ਹਾਂਜੀ। ਕੇਵਲ ਕਾਰਨ ਦੇਸ਼ਨ ਦੇਖਨ, ਕਾਜ ਨ ਆਨੈ ਕੀਨ ਪਿਆਨਾ। ਬਸ ਅਸੀਂ ਤਾਂ ਜੀ ਦੇਸ਼ ਘੁੰਮਣ ਆਏ ਹਾਂ ਜੀ, ਕੋਈ ਹੋਰ ਕੰਮ ਹੈ ਨਹੀਂ, ਵੀ ਕੋਈ ਵਣਜ ਵਪਾਰ ਕਰਨ ਨਹੀਂ ਆਏ, ਸਿਰਫ ਦੇਸ਼ਾਂ ਦੀ ਯਾਤਰਾ ਕਰਨ ਵਾਸਤੇ ਹੀ ਤੁਰੇ ਹਾਂ। ਹਾਂਜੀ। ਸੋ ਸੁਨ ਪਾਨ ਪਿਆਵਨ ਕੇ, ਮਿਸ ਗਰੀਬ ਮੈਂ ਤੰਤ ਕੋ ਡਾਰ ਬੰਧਾਨਾ। ਫਿਰ ਕੀ ਸੀ, ਉਹਨੇ ਪਾਣੀ ਦਾ ਉਹਨੂੰ ਕਟੋਰਾ ਫੜਾਇਆ ਤੇ ਜਿਵੇਂ ਭਾਈ ਮਰਦਾਨੇ ਦਾ ਧਿਆਨ ਪਾਣੀ ਵੱਲ ਗਿਆ, ਉਹਨੇ ਧਾਗਾ ਫੜਿਆ ਤੇ ਮਰਦਾਨੇ ਦੇ ਗਲ 'ਚ ਬੰਨ੍ਹ ਦਿੱਤਾ। ਹਾਂਜੀ। ਏਂਡਕ ਪਾਪ ਲਟੇ ਨਰ ਦੇਹ, ਕਰੂਪ ਭਇਓ ਮੁਖ ਬੋਲਤ ਆਨਾ। ਬਸ ਧਾਗਾ ਬੰਨਣ ਦੀ ਦੇਰ ਸੀ, ਭਾਈ ਮਰਦਾਨੇ ਦਾ ਫਿਰ ਭੇਡੂ ਬਣ ਗਿਆ। ਭਾਈ ਮਰਦਾਨੇ ਨੇ ਫਿਰ ਏਂਡਕ ਦਾ ਰੂਪ ਧਾਰਨ ਕਰ ਲਿਆ, ਬੰਦੇ ਤੋਂ ਕਰੂਪ ਹੋ ਗਿਆ, ਦੇਹ ਪਲਟ ਗਈ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ